ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। परम सन्मानयोग अज की गुरमत क्लास में हाज़री भर रहे गुरु प्यारे गुरु सवारे सत्संगियों, आप सारिਆਂ ਨੂੰ अज की क्लास में जी आया। अकाल पुरख जी की अपार बख्शिश कृपा नाल गुरु दीयां कथा कहानियां करन दा सरवण करन दा समा प्राप्त होता है। इन्हां कथा कहानियां दा मकसद टुटी हुई देव फिर उस करते ना जुड़ जाए और जिस कार्य लई संसार विच आया है कार्य पूरा हो जाए। एक कोई मकसद है ये विचारा करन दा, गुरु की गल समझिए, गुरु के मार्ग पर चलिए, सतगुरु सानू अपने नाल जोड़ी रखन। आनंद साहब जी की पवित्र बाणी की लड़ीवार विचार चल रही है। रामकली राग की यह बाणी गुरु अमरदास महाराज जी की उचारण की हुई 31 पौड़ियां तक असी ये विचार कर चुके हैं। अज 32वीं पौड़ी तो ये विचार आरंभ होएगी। इस बाणी दी कुल 40 पौड़ियां हैं। अज की पौड़ी ये रसना तवन रस राच रही तेरी प्यास ना जाए। प्यास ना जाए होर कीता जिचर हर रस पल्ले ना पाए। इस पौड़ी तो अज की विचार आरंभ होंदी है। मैं बेनती कर रहा हाँ वीर प्रभ कीर्तन सिंह जी नूं अज की विचार आरंभ करन। वीर प्रभ कीर्तन सिंह जी। वाहिगुरू जी का खालसा, वाहिगुरू जी की फतेह। वाहिगुरु जी एक ओंकार सतनाम करता पुरख निर्भौ निर्वैर अकाल मूरत अजूनी सैभं गुर प्रसाद। वाहिगुरु जी का खालसा, वाहिगुरु जी की फतेह। गुरु प्यारिओ, जिवें कि सत्कारयोग वीर जी ने आप जी नाल सांझ कीती है, अज असी 32वीं पौड़ी की विचार करनी है। आओ सब तो पहला इस पौड़ी का एक बारी पाठ कर लीए जी। ए रसना तू अनरस राच रही तेरी प्यास न जाए। प्यास न जाए होरत कितै जिचर हर रस पल्लै न पाए। हर रस पाए पल्लै पिए हर रस बहुड़ ना तृष्णा लागै आए। ए हर रस करमी पाइए सतगुर मिलै जिस आए। कहे नानक होर अनरस सब विसरे जा हर वसै मन आए। ये जो पौड़ी आप जी ने सरवण की है, ਇਹਦੇ ਵਿੱਚ ਸਤਿਗੁਰੂ ਜੀ ਨੇ ਰਸਨਾ ਨੂੰ ਸਾਡੀ ਜੀਵ ਨੂੰ ਐਡਰੈਸ ਕੀਤਾ ਹੈ। ਤੇ ਜਿਹੜੀ ਅਗਲੀ ਪੌੜੀ ਜਿਸ ਦੀ ਅੱਗੋਂ ਆਪਾਂ ਵਿਚਾਰ ਕਰਨੀ ਹੈ, ਉਹਦੇ ਵਿੱਚ ਸਤਿਗੁਰੂ ਜੀ ਨੇ ਸਰੀਰ ਨੂੰ ਐਡਰੈਸ ਕੀਤਾ। ਹੁਣ ਸਤਿਗੁਰੂ ਜੀ ਦਰਅਸਲ ਵਿਸ਼ਾ ਤਾਂ ਉਹੀ ਹੈ ਆਨੰਦ ਦੀ ਪ੍ਰਾਪਤੀ ਦਾ, ਪਰ ਜਿਵੇਂ ਕਿ ਪਹਿਲਾਂ ਸਤਿਗੁਰੂ ਜੀ ਸਾਨੂੰ ਅਲੱਗ-ਅਲੱਗ ਤਰੀਕੇ ਦੇ ਨਾਲ ਆਪਣਾ ਉਪਦੇਸ਼ ਬੜੇ ਵਿਸਥਾਰ ਨਾਲ ਸਮਝਾ ਰਹੇ ਹਨ। ਇਹਨਾਂ ਦੋ ਪੌੜੀਆਂ ਦੇ ਵਿੱਚ ਵੀ ਸਾਡੇ ਸਰੀਰ ਨੂੰ, ਸਰੀਰ ਦੇ ਅੰਗਾਂ ਨੂੰ ਐਡਰੈਸ ਕਰਕੇ ਸਾਨੂੰ ਮੈਸੇਜ ਉਹੀ ਦੇ ਰਹੇ ਹਨ ਕਿ ਅਸੀਂ ਆਨੰਦ ਦੀ ਪ੍ਰਾਪਤੀ ਕਿਵੇਂ ਕਰਨੀ। ਆਨੰਦ ਦੀ ਪ੍ਰਾਪਤੀ ਦੇ ਵਿੱਚ ਰੁਕਾਵਟਾਂ ਕੀ ਹਨ, ਸਾਡੇ ਭੁਲੇਖੇ ਕੀ ਹਨ। ਅਸੀਂ ਉਹ ਚੀਜ਼ ਜਿਹੜੀ ਕਿ ਜਿੱਥੋਂ ਮਿਲਣੀ ਹੈ ਅਸੀਂ ਉੱਥੇ ਨਹੀਂ ਲੱਭਦੇ, ਕਿਤੇ ਹੋਰ ਲੱਭਣ ਲੱਗ ਪੈਂਦੇ।
ਮੈਨੂੰ ਇੱਕ ਵਾਕਿਆ ਆਪਣੀ ਜ਼ਿੰਦਗੀ ਦੇ ਵਿੱਚੋਂ ਯਾਦ ਆ ਗਿਆ ਹੈ, ਜਿਹਦੇ ਨਾਲ ਗੱਲ ਮੇਰਾ ਖਿਆਲ ਹੈ ਥੋੜੀ ਜਿਹੀ ਹੋਰ ਸਪਸ਼ਟ ਹੋ ਜਾਵੇਗੀ। ਇਹ ਵਾਕਿਆ ਹੈ ਸਨ 1984 ਦਾ, ਬਲੂ ਸਟਾਰ ਆਪਰੇਸ਼ਨ ਤੋਂ ਬਿਲਕੁਲ ਬਾਅਦ ਦਾ। ਮੇਰੇ ਪਿਤਾ ਜੀ ਦੇ ਮਿੱਤਰ, ਜਿਨ੍ਹਾਂ ਨੂੰ ਅਸੀਂ ਚਾਚਾ ਜੀ ਕਹਿੰਦੇ ਸਾਂ, ਉਹਨਾਂ ਦਾ ਕੱਪੜੇ ਦਾ ਕੰਮ ਸੀ ਤੇ ਮੈਂ ਉਹਨਾਂ ਕੋਲ ਉਹਨਾਂ ਦੀ ਦੁਕਾਨ ਤੇ ਬੈਠਾ ਸੀ। ਹਾਲੇ ਕੁਝ ਹੀ ਦਿਨ ਹੋਏ ਸਨ, ਕਰਫਿਊ ਹਟਿਆ, ਦੁਕਾਨਾਂ ਖੁੱਲੀਆਂ, ਕੰਮਕਾਰ ਦੁਬਾਰਾ ਸ਼ੁਰੂ ਹੋਣ ਦਾ ਸਮਾਂ ਆਇਆ ਤੇ ਮੈਂ ਉਹਨਾਂ ਕੋਲ ਬੈਠਾ ਸੀ। ਤੇ ਮੇਰੇ ਬੈਠਿਆ ਉਹਨਾਂ ਕੋਲ ਇੱਕ ਵਿਅਕਤੀ ਬੰਬੇ ਤੋਂ, ਜਿਹੜੇ ਕਿ ਕੱਪੜੇ ਵੇਚਣ ਲਈ ਪੰਜਾਬ ਦੇ ਵਿੱਚ ਆਉਂਦੇ ਹੁੰਦੇ ਸਨ, ਪਰ ਉਹਨਾਂ ਦੇ ਮਨ ਦੇ ਵਿੱਚ ਐਸਾ ਪ੍ਰਭਾਵ ਪਾਇਆ ਗਿਆ ਸੀ ਕਿ ਉਹ 2-4 ਸਾਲਾਂ ਤੋਂ ਆਏ ਹੀ ਨਹੀਂ ਸਨ, ਵੀ ਪਤਾ ਨਹੀਂ ਇੱਥੇ ਆਉਣ ਨਾਲ ਕਿਤੇ ਅਸੀਂ ਮਾਰੇ ਜਾਵਾਂਗੇ। ਤਾਂ ਉਸ ਕਿਸਮ ਦੀ ਸੋਚ ਤੋਂ ਬਾਅਦ ਜਦੋਂ ਪ੍ਰਚਾਰ ਹੋਇਆ ਕਿ ਜੀ ਹੁਣ ਸਭ ਕੁਝ ਠੀਕ ਕਰ ਲਿਆ ਗਿਆ ਹੈ, ਤੇ ਫਿਰ ਉਹ ਦੁਬਾਰਾ ਆ ਗਏ। ਮੇਰੇ ਬੈਠਿਆਂ ਹੀ ਉਹਨਾਂ ਦੇ ਕੋਲ ਇੱਕ ਅਜਿਹਾ ਸੇਲਸਮੈਨ ਆਇਆ ਤੇ ਕਹਿਣ ਲੱਗਾ ਕਿ ਸਰਦਾਰ ਜੀ ਸਮਾਨ ਲੈ ਲਓ। ਉਹ ਦੇਖਦੇ ਰਹੇ, ਕਹਿੰਦੇ ਅੱਛਾ ਕੋਈ ਨਹੀਂ, ਸੋਚ ਲਈਏ, ਦੱਸਾਂਗੇ। ਉਹਨਾਂ ਦਾ ਮਨ ਨਹੀਂ ਸੀ ਕਿ ਹਾਲੇ ਕੁਝ ਖਰੀਦਣ ਦਾ। ਤੇ ਉਹਨੇ ਇੱਕ ਗੱਲ ਕਹਿ ਦਿੱਤੀ, ਕਹਿੰਦਾ ਸਰਦਾਰ ਜੀ ਤੁਸੀਂ ਸਮਾਨ ਕਿਉਂ ਨਹੀਂ ਖਰੀਦ ਰਹੇ, ਹੁਣ ਤੇ ਸ਼ਾਂਤੀ ਹੈ। ਉਹਨਾਂ ਨੇ 2 ਮਿੰਟ ਸੋਚ ਕੇ ਉਹਨੂੰ ਕਿਹਾ, ਬਾਊ ਜੀ ਇੱਕ ਗੱਲ ਦੱਸੋ, ਤੁਸੀਂ ਕਿਹਾ ਕਿ ਹੁਣ ਸ਼ਾਂਤੀ ਹੈ, ਇਹ ਸ਼ਾਂਤੀ ਕਿੱਥੇ ਦੀ ਵਸਤੂ ਹੈ? ਇਹ ਅੰਦਰ ਦੀ ਵਸਤੂ ਹੈ ਕਿ ਬਾਹਰ ਦੀ ਵਸਤੂ ਹੈ? ਉਹ ਸੋਚਣ ਲੱਗ ਗਿਆ। 2 ਮਿੰਟ ਸੋਚ ਕੇ ਕਹਿੰਦਾ ਜੀ ਸ਼ਾਂਤੀ ਹੈ ਤਾਂ ਅੰਦਰ ਦੀ ਵਸਤੂ। ਉਹ ਕਹਿੰਦੇ ਵੀ ਜੇ ਅੰਦਰ ਦੀ ਵਸਤੂ ਹੈ ਨਾ, ਤਾਂ ਤੂੰ ਇਹ ਸਮਝ ਲੈ ਵੀ ਸਾਡੇ ਅੰਦਰ ਤਾਂ ਹੁਣ ਅੱਗ ਲੱਗੀ ਹੋਈ ਹੈ, ਬਲੂ ਸਟਾਰ ਹੋ ਕੇ ਹਟਿਆ। ਸਾਡੇ ਮਨ ਦੀ ਹਾਲਤ ਸ਼ਾਂਤੀ ਵਾਲੀ ਨਹੀਂ ਹੈ, ਤੂੰ ਸ਼ਾਂਤੀ ਦੀ ਗੱਲ ਕਰ ਲੈ। ਜਦੋਂ ਸ਼ਾਂਤੀ ਹੋਏਗੀ ਤੇਰੇ ਨਾਲ ਗੱਲ ਕਰਾਂਗਾ। ਜਿਹੜਾ ਭੁਲੇਖਾ ਉਹਨਾਂ ਬਾਊ ਜੀ ਨੂੰ ਸੀ ਨਾ ਕਿ ਸ਼ਾਂਤੀ ਪਤਾ ਨਹੀਂ ਸ਼ਾਇਦ ਬਾਅਦ ਸੜਕਾਂ ਤੇ ਵਸਦੀ ਹੈ, ਬਾਗਾਂ ਵਿੱਚ ਵਸਦੀ ਹੈ, ਕੁਦਰਤ ਵਿੱਚ ਵਸਦੀ ਹੈ, ਕਿੱਥੇ ਵਸਦੀ ਹੈ। ਸ਼ਾਂਤੀ ਅੰਦਰ ਦੀ ਵਸਤੂ ਹੈ। ਤੇ ਸਾਡੀ ਗਲਤੀ ਇਹੀ ਹੁੰਦੀ ਕਿ ਅਸੀਂ ਸ਼ਾਂਤੀ ਲੱਭਣ ਲੱਗੇ ਹਾਂ ਜ਼ਿੰਦਗੀ ਦੇ ਵਿੱਚ, ਅਸੀਂ ਬਾਹਰ ਨੂੰ ਭੱਜਦੇ ਹਾਂ। ਇਹੀ ਗਲਤੀ ਅਸੀਂ ਜ਼ਿੰਦਗੀ ਦੇ ਵਿੱਚ ਆਨੰਦ ਨੂੰ ਲੱਭਣ ਲੱਗਿਆਂ ਵੀ ਕਰਦੇ ਹਾਂ। ਉਹ ਵਸਤੂ ਜਿਹੜੀ ਅੰਦਰ ਦੀ ਹੈ, ਉਹਨੂੰ ਅਸੀਂ ਬਾਹਰੋਂ ਲੱਭਦੇ ਹਾਂ। ਇਹਨਾਂ 2 ਪੌੜੀਆਂ ਦੇ ਵਿੱਚ ਸਤਿਗੁਰੂ ਜੀ ਨੇ ਸਾਡੇ ਇਸੇ ਭੁਲੇਖੇ ਨੂੰ ਨਿਵਰਤ ਕੀਤਾ ਹੈ। ਉਹ ਕਹਿੰਦੇ ਹਨ ਕਿ ਇਹ ਰਸਨਾ ਤੂੰ ਅਨਰਸ ਰਾਚ ਰਹੀ, हे ਮੇਰੀ ਜੀਵ ਤੂੰ ਹੋਰ ਰਸਾਂ ਦੇ ਵਿੱਚ ਰਾਚ ਰਹੀ, ਭਾਵ ਮਸਤ ਹੋ ਰਹੀ ਹੈ। ਤੇਰੀ ਪਿਆਸ ਨਾ ਜਾਏ। ਸਵਾਦਾਂ ਨੂੰ ਸ਼ਾਂਤ ਕਰਨ ਲਈ, ਸਵਾਦ ਲੈਣ ਲਈ, ਰਸ ਲੈਣ ਲਈ ਤੇਰੀ ਪਿਆਸ ਜਾਂਦੀ ਨਹੀਂ, ਤੈਨੂੰ ਸਵਾਦ ਮਿਲਦਾ ਨਹੀਂ, ਆਨੰਦ ਮਿਲਦਾ ਨਹੀਂ, ਕਿਉਂਕਿ ਤੂੰ ਰਸਾਂ ਨੂੰ ਲੱਭਣ ਲਈ ਹੋਰ ਥਾਵਾਂ ਤੇ ਤੁਰੀ ਫਿਰਦੀ ਹੈ। ਉਹ ਥਾਵਾਂ ਤੇ ਤੁਰੇ ਫਿਰਦੀ ਹੈ ਜਿੱਥੇ ਉਹ ਰਸ ਹੈ ਹੀ ਨਹੀਂ। ਇਹ ਰਸਨਾ ਤੂੰ ਅਨਰਸ ਰਾਚ ਰਹੀ, ਹੋਰ ਰਸਾਂ ਦੇ ਵਿੱਚ ਤੂੰ ਮਗਨ। ਬਾਰ-ਬਾਰ ਜਾ ਕੇ ਉਹਨਾਂ ਰਸਾਂ ਨੂੰ ਤੂੰ ਲੈਂਦੀ ਹੈ, ਸਵਾਦ ਲੈਂਦੀ ਹੈ, ਕਦੀ ਇਸ ਚੀਜ਼ ਤੋਂ, ਕਦੀ ਉਸ ਤੋਂ। ਜੇ ਰਸਨਾ ਦੀ ਗੱਲ ਕਰੀਏ ਤੇ ਰਸਨਾ ਵੀ ਬਾਹਰੋਂ ਸਵਾਦ, ਇਹ ਇੱਕ ਰਸਨਾ ਇੱਕ ਸਿੰਬਲ ਹੈ ਸਾਡੇ ਮਨ ਦਾ, ਕਿਉਂਕਿ ਅਸੀਂ ਰਸ ਲੈਣ ਲਈ ਰਸਨਾ ਦੀ ਵਰਤੋਂ ਬਹੁਤ ਕਰਦੇ। ਇੱਕ ਨਹੀਂ, ਰਸਨਾ ਦੇ ਨਾਲ ਅਸੀਂ ਕਈ ਤਰ੍ਹਾਂ ਦੇ ਰਸ ਲੈਣ ਦੀ ਕੋਸ਼ਿਸ਼ ਕਰਦੇ ਹਾਂ, ਕਦੀ ਮਿੱਠਾ, ਕਦੀ ਨਮਕੀਨ, ਕਦੀ ਖੱਟਾ, ਕਦੀ ਕਸੈਲਾ, ਕਦੀ ਕਿਹੜਾ। ਫਿਰ ਇੱਥੇ ਹੀ ਬਸ ਨਹੀਂ, ਅਸੀਂ ਰਸਨਾ ਨੂੰ ਵਰਤ ਕੇ ਨਿੰਦਾ ਚੁਗਲੀ ਦਾ ਰਸ ਵੀ ਲੈਣਾ ਸ਼ੁਰੂ ਕਰ ਲੈਂਦੇ। ਪਰ ਜੇ ਸਿਰਫ ਸਵਾਦ ਦੀ ਗੱਲ ਹੀ ਕਰੀਏ ਤੇ ਰਸਨਾ ਬਾਹਰੋਂ ਬਹੁਤ ਸਵਾਦ ਲੈਂਦੀ ਫਿਰਦੀ ਹੈ। ਅਸੀਂ ਵੀ ਹਰ ਵੇਲੇ ਭੱਜੇ ਫਿਰਦੇ ਹਾਂ ਬਾਜ਼ਾਰਾਂ ਵਿੱਚ, ਕਦੀ ਖੱਟੀਆਂ ਚੀਜ਼ਾਂ, ਕਦੀ ਮਿੱਠੀਆਂ ਚੀਜ਼ਾਂ, ਕਦੀ ਤਲੀਆਂ, ਮਤਲਬ ਬੇਅੰਤ ਚੀਜ਼ਾਂ ਦੇ ਸਵਾਦ ਅਸੀਂ ਲੈਂਦੇ ਹਾਂ, ਇੰਨੇ ਸਵਾਦ ਲੈਂਦੇ ਹਾਂ, ਇੰਨੇ ਸਵਾਦ ਲੈਂਦੇ ਹਾਂ ਕਿ ਸਾਡੀ ਅਵਸਥਾ ਇਹ ਵੀ ਆ ਜਾਂਦੀ ਹੈ ਕਿ ਅਸੀਂ ਕਹਿ ਉੱਠਦੇ ਹਾਂ, ਜਿਵੇਂ ਕੋਈ ਵਿਆਹ ਸ਼ਾਦੀ ਤੇ ਜਿੱਥੇ ਅੰਬਾਲ ਲੱਗੇ ਹੁੰਦੇ ਨੇ ਖਾਣ ਪੀਣ ਦੀਆਂ ਚੀਜ਼ਾਂ ਦੇ, ਕਿ ਬਈ ਪੇਟ ਫਟਣ ਨੂੰ ਆ ਗਿਆ ਪਰ ਹਾਲੇ ਮਨ ਨਹੀਂ ਭਰਿਆ। ਹੁਣ ਇਹ ਅਵਸਥਾ ਹੈ ਕਿ ਅਸੀਂ ਰਸ ਬਹੁਤ ਲੈ ਲਏ ਨੇ ਜੀਭ ਦੇ ਨਾਲ, ਪਰ ਪਿਆਸ ਨਹੀਂ ਗਈ, ਸਾਡਾ ਮਨ ਨਹੀਂ ਭਰਿਆ। ਤੇਰੀ ਪਿਆਸ ਨਾ ਜਾਏ, ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਬੜੇ ਰਸ ਲੈ ਲਏ, ਬੜੇ ਰਸ ਲੈ ਲਏ, ਖਾਈ ਗਏ, ਪੀਵੀ ਗਏ, ਹਰ ਚੀਜ਼ ਦੇ ਰਸ ਲੈ ਲਏ, ਪਰ ਪਿਆਸ ਨਹੀਂ ਗਈ।
ਹੁਣ ਪਿਆਸ ਜਾਏ ਕਿਵੇਂ? ਮਸਲਾ ਉਹੀ ਹੈ, ਉਹ ਪਿਆਸ ਜੋ ਸਾਡੇ ਅੰਦਰੋਂ ਜਾਣੀ ਸੀ ਉਹ ਅਸੀਂ ਬਾਹਰੋਂ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਬਾਹਰੋਂ ਪੂਰੀ ਕਰ ਰਹੇ ਹਾਂ। ਸਤਿਗੁਰੂ ਕਹਿੰਦੇ ਹਨ ਕਿ ਪਿਆਸ ਨਾ ਜਾਏ ਹੋਰਤ ਕਿਤਾ। ਇਹ ਹੋਰ ਕਿਤੋਂ ਵੀ ਕਿਸੇ ਥਾਂ ਤੋਂ, ਹੋਰਤ ਭਾਵ ਹੋਰ ਕਿਸੇ ਥਾਂ ਤੋਂ, ਹੋਰਤ ਕਿਤਾ ਕੋਈ ਹੋਰ ਐਸੀ ਜਗ੍ਹਾ ਨਹੀਂ ਜਿੱਥੋਂ ਇਹ ਤੇਰੀ ਪਿਆਸ ਚਲੀ ਜਾਏ, ਭਾਵ ਤੇਰੀ ਤਸੱਲੀ ਹੋ ਜਾਏ, ਤੇਰਾ ਮਨ ਭਰ ਜਾਏ ਕਿ ਤੂੰ ਸਵਾਦ ਲੈ ਲਿਆ, ਤੈਨੂੰ ਮਿਲ ਗਿਆ, ਤੈਨੂੰ ਇਹੋ ਜਿਹਾ ਸਵਾਦ ਮਿਲ ਗਿਆ ਜਿਹੜਾ ਹੁਣ ਜਾਏਗਾ ਨਹੀਂ। ਉਹ ਕਹਿੰਦੇ ਪਿਆਸ ਹੋਰ ਕਿਤੋਂ ਨਹੀਂ ਜਾ ਸਕਦੀ ਜਿਸ ਚਿਰ ਹਰ ਰਸ ਪੱਲੇ ਨਾ ਪਾਏ। ਜਦੋਂ ਤੱਕ ਹਰ ਰਸ ਨਹੀਂ ਮਿਲਦਾ, ਪੱਲੇ ਨਾ ਪਾਏ, ਤੈਨੂੰ ਪ੍ਰਾਪਤ ਨਹੀਂ ਹੁੰਦਾ, ਉਦੋਂ ਤੱਕ ਤੇਰੀ ਪਿਆਸ ਜਾ ਹੀ ਨਹੀਂ ਸਕਦੀ। ਜਦੋਂ ਤੱਕ ਉਸ ਹਰੀ ਦੇ ਨਾਲ ਜਿਹੜਾ ਆਨੰਦ ਦਾ ਸੋਮਾ ਹੈ, ਰਸਾਂ ਦਾ ਸੋਮਾ ਹੈ, ਸਾਰੇ ਸਵਾਦਾਂ ਦਾ ਸੋਮਾ ਹੈ, ਗੱਲ ਕੀ ਸਾਰੇ ਗੁਣਾਂ ਦਾ, ਸਾਰੀਆਂ ਚੰਗੀਆਂ ਵਸਤਾਂ ਜੋ ਸਾਡੇ ਜੀਵਨ ਵਿੱਚ ਹਨ, ਉਹ ਸਾਰੀਆਂ ਦਾ ਸੋਮਾ ਜਿਹੜਾ ਹੈ ਉਹ ਹਰੀ ਹੈ, ਪ੍ਰਭੂ ਹੈ। ਤੇ ਜਦੋਂ ਤੱਕ ਅਸੀਂ ਪ੍ਰਭੂ ਤੋਂ ਉਹ ਰਸ ਨਹੀਂ ਪ੍ਰਾਪਤ ਕਰ ਲੈਂਦੇ, ਸਤਿਗੁਰੂ ਕਹਿੰਦੇ ਹਨ ਪਿਆਸ ਨਾ ਜਾਏ, ਉਹ ਪਿਆਸ ਨਹੀਂ ਜਾਏਗੀ। ਹੋਰਤ ਕਿਤੇ, ਹੋਰ ਕਿਤੋਂ ਵੀ ਕਿਸੇ ਹੋਰ ਥਾਂ ਤੋਂ ਤੇਰੀ ਪਿਆਸ ਹੋ ਨਹੀਂ ਜਾਏਗੀ ਜਦੋਂ ਤੱਕ ਹਰੀ ਰਸ ਤੂੰ ਆਪਣੇ ਪੱਲੇ ਨਹੀਂ ਪਾ ਲੈਂਦਾ, ਉਹ ਪ੍ਰਾਪਤ ਨਹੀਂ ਕਰਦਾ। ਬਸ ਇਹੀ ਗਲਤੀ ਸਾਡੀ ਹੁੰਦੀ ਹੈ, ਅਸੀਂ ਆਨੰਦ ਦੀ ਪ੍ਰਾਪਤੀ, ਸਵਾਦ ਦੀ ਪ੍ਰਾਪਤੀ, ਖੁਸ਼ੀ ਦੀ ਪ੍ਰਾਪਤੀ, ਸੁੱਖ ਦੀ ਪ੍ਰਾਪਤੀ, ਅਸੀਂ ਇਹ ਸਾਰੀਆਂ ਵਸਤੂਆਂ ਬਾਹਰੋਂ ਭਾਲਦੇ ਹਾਂ, ਹੈ ਉਹ ਸਾਡੇ ਅੰਦਰ। ਜਿੱਥੇ ਉਹ ਵਸਤੂ ਹੈ ਹੀ ਨਹੀਂ, ਅਸੀਂ ਉੱਥੋਂ ਲੱਭੀ ਜਾਵਾਂਗੇ ਤੇ ਉਹ ਕਿਵੇਂ ਮਿਲੇ? ਜਿਵੇਂ ਅਸੀਂ ਆਮ ਬਾਣੀ ਦੀ ਇਹ ਪੰਕਤੀ ਕੋਟ ਕਰਦੇ ਹਾਂ ਕਿ ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਬੈਠਾ ਤੇਰੇ ਅੰਦਰ ਹੈ, ਤੂੰ ਲੱਭੀ ਬਾਹਰੋਂ ਜਾਣਾ। ਸਵਾਦ ਸਾਡੇ ਅੰਦਰ ਨੇ, ਆਨੰਦ ਸਾਡੇ ਅੰਦਰ ਹੈ, ਸਦੀਵੀ ਆਨੰਦ ਸਾਡੇ ਅੰਦਰ ਹੈ, ਤੇ ਲੱਭੀ ਅਸੀਂ ਬਾਹਰੋਂ ਜਾ ਰਹੇ ਹਾਂ। ਰਸਨਾ ਸਾਡੀ ਬਾਹਰੋਂ ਲੱਭ ਰਹੀ ਆ, ਕਦੀ ਇਹ ਲੈ ਲੈ, ਕਦੀ ਉਹ ਲੈ ਲੈ, ਕਦੀ ਇਹ ਖਾ ਲੈ, ਕਦੀ ਉਹ ਪੀ ਲੈ। ਤੇ ਤਸੱਲੀ ਹੋਏ ਕਿਸ ਤਰ੍ਹਾਂ ਜਿੱਥੇ ਹੈ ਹੀ ਨਹੀਂ ਸਦੀਵੀ ਆਨੰਦ? ਇੱਕ ਬੜਾ ਥੋੜ ਚਿਰਾ ਜਿਹਾ ਆਨੰਦ ਮਿਲਦਾ ਹੈ, ਉਹ ਵੀ ਉਹਨਾਂ ਕੋਈ ਮਿਲਦਾ ਜਿਹੜਾ ਉਹ ਘੜੀ ਦੀ ਘੜੀ ਹੈ। ਜਿੰਨੀ ਦੇਰ ਉਹ ਜੀਭ ਨੂੰ ਸਵਾਦ ਲੱਗਿਆ ਉਨੀ ਦੇਰ ਉਹ ਸਵਾਦ ਹੈ। ਜਦੋਂ ਅੰਦਰ ਚਲਾ ਗਿਆ ਤੇ ਫਿਰ ਸਵਾਦ ਖਤਮ ਹੋ ਗਿਆ, ਅਸੀਂ ਫਿਰ ਮੂੰਹ 'ਚ ਹੋਰ ਕੋਈ ਚੀਜ਼ ਪਾਵਾਂਗੇ ਸਵਾਦ ਲੈਣ ਲਈ। ਤੇ ਸਤਿਗੁਰੂ ਕਹਿੰਦੇ ਹਨ ਕਿ ਪਿਆਸ ਜਾਏ ਤੇ ਜਾਏ ਕਿੱਦਾਂ? ਤਾਂ ਇਹੀ ਸਾਡੇ ਜੀਵਨ ਦਾ ਚੱਕਰ ਹੈ। ਜਿਹੜਾ ਸਵਾਦ ਥੋੜ ਚਿਰਾ ਹੈ ਉਹ ਅਸੀਂ ਬਾਰ-ਬਾਰ ਪ੍ਰਾਪਤ ਕਰਕੇ ਉਹਨੂੰ ਪਰਮਾਨੈਂਟ ਕਰਨਾ ਚਾਹੁੰਦੇ ਹਾਂ। ਅੰਦਰ ਸਵਾਦ ਸਾਡੇ ਭਰ ਜਾਵੇ, ਆਨੰਦ ਸਾਡੇ ਭਰ ਜਾਵੇ, ਤੇ ਇਹ ਇੱਕ ਅਨਐਂਡਿੰਗ ਸਾਈਕਲ ਹੈ, ਅਨੰਤ ਚੱਕਰ ਹੈ ਜਿਹੜਾ ਕਦੀ ਵੀ ਖਤਮ ਨਹੀਂ ਹੋਣਾ। ਅਸੀਂ ਬਾਰ-ਬਾਰ ਉਹ ਚੱਲਦਾ ਰਹੇਗਾ, ਅਸੀਂ ਬਾਰ-ਬਾਰ ਉਹ ਚੀਜ਼ਾਂ ਦੇ ਪਿੱਛੇ ਭੱਜਦੇ ਫਿਰਾਂਗੇ, ਉਹਨਾਂ ਨੂੰ ਖਾਣ ਨੂੰ, ਪੀਣ ਨੂੰ, ਪ੍ਰਾਪਤ ਕਰਨ ਨੂੰ ਭੱਜਦੇ ਫਿਰਾਂਗੇ, ਤੇ ਉਹ ਅਨੰਤ ਚੱਕਰ ਕਦੀ ਖਤਮ ਹੀ ਨਹੀਂ ਹੋਏਗਾ, ਕਿਉਂਕਿ ਉਹ ਹੈ ਹੀ ਅਨੰਤ ਹੈ, ਉਹਦਾ ਅੰਤ ਹੀ ਨਹੀਂ ਹੈ। ਥੋੜੀ ਦੇਰ ਲਈ ਉਹਦਾ ਸਵਾਦ ਆਏਗਾ, ਫਿਰ ਖਤਮ ਹੋ ਜਾਏਗਾ। ਅਸੀਂ ਬਾਰ-ਬਾਰ ਫਿਰ ਬਾਹਰ ਭੱਜਦੇ ਹਾਂ, ਰਸ ਭਾਲਦੇ ਹਾਂ, ਫਿਰ ਭਾਲਦੇ ਹਾਂ, ਫਿਰ ਭਾਲਦੇ ਹਾਂ, ਬਸ ਇਹ ਚੱਕਰ ਚੱਲਦਾ ਰਹਿੰਦਾ, ਪਰ ਸਾਡੀ ਪਿਆਸ ਨਹੀਂ ਜਾਂਦੀ, ਸਾਡੇ ਅੰਦਰ ਆਨੰਦ ਨਹੀਂ ਭਰਦਾ ਕਦੇ। ਹੁਣ ਪਿਆਸ ਉਦੋਂ ਹੀ ਮਿਟੇਗੀ ਜਦੋਂ ਥੋੜ ਚਿਰੇ ਸਵਾਦ ਨੂੰ ਛੱਡ ਕੇ ਸਦੀਵੀ ਆਨੰਦ ਨੂੰ ਅਸੀਂ ਪ੍ਰਾਪਤ ਕਰ ਲਈਏ, ਉਸ ਤੋਂ ਬਿਨਾਂ ਨਹੀਂ। ਸਦੀਵੀ ਆਨੰਦ ਦੇ ਨਾਲ ਹੀ ਸਦੀਵੀ ਆਨੰਦ ਮਿਲ ਸਕਦਾ ਹੈ, ਥੋੜ ਚਿਰੇ ਸਵਾਦ ਨਾਲ ਸਦੀਵੀ ਆਨੰਦ ਨਹੀਂ ਮਿਲ ਸਕਦਾ। ਗੱਲ ਤਾਂ ਦੇਖੀਏ ਲੌਜੀਕਲੀ ਬੜੀ ਸਿੰਪਲ ਹੈ, ਪਰ ਅਸੀਂ ਇਸ ਸਿੰਪਲ ਜਿਹੀ ਗੱਲ ਨੂੰ ਆਪਣੇ ਜੀਵਨ ਵਿੱਚ ਨਹੀਂ ਅਪਣਾ ਰਹੇ, ਬਾਹਰ ਭੱਜ ਰਹੇ ਹਾਂ, ਬਾਹਰ ਭੱਜ ਰਹੇ ਹਾਂ, ਬਾਰ-ਬਾਰ ਅਸੀਂ ਭਟਕ ਰਹੇ ਹਾਂ, ਸਦੀਵੀ ਭਟਕਣ ਵਿੱਚ ਪਏ ਹੋਏ ਹਾਂ। ਕਿਉਂਕਿ ਜਿਹੜਾ ਸਦੀਵੀ ਆਨੰਦ ਹੈ ਉਹ ਅਸੀਂ ਲੈਣ ਵਾਸਤੇ ਯਤਨ ਹੀ ਨਹੀਂ ਕਰ ਰਹੇ, ਤੇ ਜਿਹੜੇ ਥੋੜ ਚਿਰੇ ਆਨੰਦ ਹਨ ਉਹਨਾਂ ਦੇ ਅਸੀਂ ਇਉਂ ਕਹਿ ਲਈਏ ਕਿ ਅਸੀਂ ਸਦੀਵੀ ਯਤਨ, ਅਨਐਂਡਿੰਗ ਯਤਨ ਕਰੀ ਜਾ ਰਹੇ ਹਾਂ। ਅੰਦਰ ਆਪਣੇ ਅਸੀਂ ਦੇਖਦੇ ਨਹੀਂ, ਬਾਹਰੋਂ ਲੱਭੀ ਜਾਂਦੇ ਹਾਂ। ਸਤਿਗੁਰੂ ਕਹਿੰਦੇ ਹਨ ਹਰ ਰਸ ਪਾਏ ਪੱਲੇ, ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲੱਗਿਆ। ਫਿਰ ਪਿਆਸ ਨਹੀਂ ਲੱਗੇਗੀ। ਤੂੰ ਆਪਣੇ ਅੰਦਰ ਵੜ, ਜਿਹੜਾ ਅੰਦਰ ਤੇਰੇ ਰਸ ਹੈ, ਹਰ ਰਸ,
ਜਿਹੜਾ ਪ੍ਰਭੂ ਦੇ ਨਾਮ ਦਾ ਆਨੰਦ ਹੈ ਉਹਨੂੰ ਪ੍ਰਾਪਤ ਕਰ। ਉਹ ਹਰੀ ਸਿਮਰਨ ਦਾ ਹਰ ਰਸ ਪੀਏ ਹਰ ਰਸ। ਜਿਹੜਾ ਬੰਦਾ ਆਪਣੇ ਅੰਦਰੋਂ ਹਰੀ ਦੇ ਰਸ ਦਾ, ਪ੍ਰਭੂ ਦੇ ਨਾਮ ਦਾ ਆਨੰਦ ਪੀਂਦਾ ਹੈ, ਬਹੁੜ ਨਾ ਤ੍ਰਿਸ਼ਨਾ ਲੱਗਿਆ। ਸਿਰਫ ਉਸੇ ਦੀ ਹੀ ਇਹ ਅਵਸਥਾ ਆਉਂਦੀ ਹੈ ਕਿ ਉਹਨੂੰ ਫਿਰ ਦੁਬਾਰਾ ਪਿਆਸ ਨਹੀਂ ਲੱਗਦੀ, ਤ੍ਰਿਸ਼ਨਾ ਨਹੀਂ ਹੁੰਦੀ। ਉਹਦੀ ਤ੍ਰਿਸ਼ਨਾ ਹਮੇਸ਼ਾ ਵਾਸਤੇ ਮਿਟ ਜਾਂਦੀ ਹੈ, ਕਿਉਂਕਿ ਉਹਨੂੰ ਸਦੀਵੀ ਆਨੰਦ ਪ੍ਰਾਪਤ ਹੋ ਜਾਂਦਾ। ਤੋ ਜਿਹਨੂੰ ਇਹ ਆਨੰਦ ਮਿਲ ਗਿਆ, ਜਿਹਨੇ ਇਹ ਆਨੰਦ ਪ੍ਰਾਪਤ ਕਰ ਲਿਆ, ਉਹਨੂੰ ਫਿਰ ਕਦੀ ਬਾਹਰੋਂ ਭਟਕ ਕੇ ਸਵਾਦ ਪੂਰੇ ਕਰਨ ਲਈ, ਆਨੰਦ ਲੈਣ ਦੇ ਲਈ ਬਾਹਰ ਭਜਣਾ ਨਹੀਂ ਪੈਂਦਾ। ਜਿਹੜੇ ਬਾਹਰੀ ਸਵਾਦ ਨੇ ਨਾ, ਉਹਨਾਂ ਦੀ ਖਿੱਚ, ਉਹਨਾਂ ਦੀ ਪਿਆਸ, ਉਹਨਾਂ ਦੀ ਤ੍ਰਿਸ਼ਨਾ, ਜਿਹੜਾ ਸ਼ਬਦ ਸਤਿਗੁਰੂ ਜੀ ਨੇ ਵਰਤਿਆ ਕਿ ਤ੍ਰਿਸ਼ਨਾ ਜਿਹੜੀ ਹੈ ਉਹ ਉਦੋਂ ਹੀ ਖਤਮ ਹੁੰਦੀ ਹੈ ਜਦੋਂ ਆਪਣੇ ਅੰਦਰੋਂ ਹਰ ਰਸ ਪ੍ਰਾਪਤ ਹੁੰਦਾ। ਜਦੋਂ ਅਸੀਂ ਅੰਦਰ ਜਿਹੜਾ ਰਸ ਦਾ, ਆਨੰਦ ਦਾ, ਪ੍ਰੇਮ ਦਾ ਜਿਹੜਾ ਸੋਮਾ ਹੈ, ਜਿਹੜਾ ਚਸ਼ਮਾ ਸਾਡੇ ਅੰਦਰ ਇੱਕ ਲਗਾਤਾਰ ਵਗ ਰਿਹਾ, ਜਦੋਂ ਉਹਨੂੰ ਅਸੀਂ ਪੀਣਾ ਸ਼ੁਰੂ ਕਰ ਦਿੰਦੇ ਹਾਂ, ਭਾਵ ਅਸੀਂ ਹਰੀ ਸਿਮਰਨ ਦੇ ਨਾਲ ਜੁੜਨਾ ਸ਼ੁਰੂ ਕਰ ਦਿੰਦੇ ਹਾਂ, ਪ੍ਰਭੂ ਦੀ ਸਿਫਤ ਸਲਾਹ, ਉਹਦੀ ਯਾਦ ਦੇ ਨਾਲ ਜੁੜਨਾ ਸ਼ੁਰੂ ਕਰ ਦਿੰਦੇ ਹਾਂ, ਤਾਂ ਫਿਰ ਇਹ ਸਾਰੇ ਸਵਾਦਾਂ ਦੀ ਖਿੱਚ, ਇਹਨਾਂ ਦੀ ਪਿਆਸ ਖਤਮ ਹੋ ਜਾਂਦੀ। ਪਰ ਇਹ ਚਸ਼ਮਾ ਸਾਡੇ ਅੰਦਰ ਵਗ ਰਿਹਾ, ਪਰ ਅਸੀਂ ਸਵਾਦ ਬਾਹਰੋਂ, ਪਾਣੀ ਅਸੀਂ ਬਾਹਰੋਂ ਪੀ ਰਹੇ ਹਾਂ। ਬਾਹਰੋਂ ਪੀਤਾ ਪਾਣੀ ਸਾਡੇ ਤੇ ਅਸਰ ਨਹੀਂ ਕਰ ਰਿਹਾ, ਅੰਦਰ ਪੀਤਾ ਅਸੀਂ ਪਾਣੀ ਪੀ ਨਹੀਂ ਰਹੇ। ਸਾਡੀ ਟ੍ਰੈਜਡੀ ਹੈ ਹੀ ਇਹ ਹੈ। ਕਾਰਨ ਇਹ ਹੈ ਕਿ ਸਾਨੂੰ ਅੰਦਰ ਆਪਣੇ ਉਹ ਜੋ ਆਨੰਦ ਦਾ ਸੋਮਾ ਹੈ ਉਹ ਨਜ਼ਰ ਨਹੀਂ ਆਉਂਦਾ। ਤਾਂ ਫਿਰ ਉਹ ਨਜ਼ਰ ਕਿਵੇਂ ਆਵੇ? ਹੁਣ ਇਹ ਸਮੱਸਿਆ ਸਾਡੇ ਲਈ ਹੈ। ਅਸੀਂ ਜਦੋਂ ਵੀ ਆਨੰਦ ਦੀ ਭਾਲ ਕਰਦੇ ਅਸੀਂ ਬਾਹਰੋਂ ਹੀ ਹਾਂ। ਜਿਹੜੇ ਇਹ 5 ਅਸੀਂ ਦੁਸ਼ਮਣ ਗਿਣਦੇ ਹਾਂ ਨਾ, ਆਪਣੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਅਸੀਂ ਇਹਨਾਂ ਨੂੰ ਆਨੰਦ ਦੇ ਸੋਮੇ ਹੀ ਸਮਝਦੇ। ਸਾਨੂੰ ਲੱਗਦਾ ਹੈ ਕਿ ਇਹ ਸਾਰਿਆਂ ਦੀ ਪੂਰਤੀ ਅਸੀਂ ਕਰ ਲਈਏ ਤੇ ਸਾਨੂੰ ਆਨੰਦ ਦਾ ਸੋਮਾ ਮਿਲ ਜਾਏਗਾ। ਤੇ ਮਿਲਦਾ ਹੈ, ਸਾਨੂੰ ਇਹ ਸਮਝ ਆਉਂਦੀ ਕਿਉਂ ਨਹੀਂ? ਹੁਣ ਉਹ ਸਤਿਗੁਰੂ ਜੀ ਅੱਗੇ ਜਿਹੜੀ ਸਾਡੀ ਪ੍ਰੋਬਲਮ ਹੈ ਉਹਦਾ ਹੱਲ ਦੱਸ ਰਹੇ ਹਨ। ਇਹ ਹਰ ਰਸ ਕਰਮੀ ਪਾਈ ਹੈ, ਸਤਿਗੁਰ ਮਿਲਿਆ ਜਿਸ। ਉਹਨੇ ਅੰਦਰ ਬੈਠੇ, ਅੰਦਰ ਵਗ ਰਹੇ ਚਸ਼ਮੇ, ਅੰਦਰ ਬੈਠੇ ਆਨੰਦ ਦੇ ਸੋਮੇ ਦਾ ਸਾਨੂੰ ਪਤਾ ਕਿਵੇਂ ਲੱਗੇ? ਸਾਡੀ ਹਾਲਤ ਉਹੀ ਹੈ ਜੋ ਕਸਤੂਰੀ ਵਾਲੇ ਮਿਰਗ ਦੀ ਹਾਲਤ ਹੈ, ਜੋ ਅੰਦਰ ਦੀ ਖੁਸ਼ਬੂ ਹੈ ਉਹਨੂੰ ਲੱਭਦੇ ਆ, ਸਾਰੀ ਦੁਨੀਆ ਵਿੱਚ ਧੱਕੇ ਖਾ ਕੇ ਤੜਪ ਤੜਪ ਕੇ ਮਰ ਜਾਂਦਾ, ਪਰ ਉਹਨੂੰ ਇਹ ਸੂਝ ਨਹੀਂ ਆਉਂਦੀ, ਸਮਝ ਨਹੀਂ ਆਉਂਦੀ। ਅਸੀਂ ਵੀ ਬਿਲਕੁਲ ਉਸੇ ਅਵਸਥਾ ਦੇ ਵਿੱਚ ਹਾਂ। ਤੇ ਸਤਿਗੁਰੂ ਕਹਿੰਦੇ ਹਨ ਕਿ ਇਹ ਜੋ ਆਨੰਦ ਦੀ ਪ੍ਰਾਪਤੀ ਹੈ, ਇਹ ਕਰਮੀ ਭਾਵ ਪ੍ਰਭੂ ਦੀ ਮਿਹਰ ਨਾਲ, ਉਹਦੇ ਕਰਮ ਨਾਲ, ਉਹਦੀ ਕਿਰਪਾ ਦੇ ਨਾਲ, ਜਦੋਂ ਪ੍ਰਭੂ ਦੀ ਮਿਹਰ ਹੋ ਜਾਏ ਇਹ ਉਦੋਂ ਹੀ ਮਿਲਦਾ। ਹੁਣ ਪ੍ਰਭੂ ਦੀ ਮਿਹਰ ਕਿਵੇਂ ਹੋ ਜਾਏ? ਇਹਦੀ ਕੀ ਨਿਸ਼ਾਨੀ ਹੈ ਕਿ ਪ੍ਰਭੂ ਦੀ ਮਿਹਰ ਹੋ ਗਈ ਹੈ? ਸਤਿਗੁਰ ਮਿਲਿਆ ਜਿਸ। ਜਦੋਂ ਉਹਦੀ ਮਿਹਰ ਹੁੰਦੀ ਹੈ ਉਦੋਂ ਸਾਨੂੰ ਉਸ ਸਤਿਗੁਰੂ ਦਾ ਮਿਲਾਪ ਹੋ ਜਾਂਦਾ, ਉਹਦੀ ਸ਼ਰਨ ਮਿਲ ਜਾਂਦੀ ਹੈ, ਉਹਦਾ ਉਪਦੇਸ਼ ਮਿਲ ਜਾਂਦਾ ਹੈ, ਜਿਹੜਾ ਸਾਨੂੰ ਇਹ ਸਮਝ ਦੇ ਦਿੰਦਾ ਹੈ ਕਿ ਇਹ ਆਨੰਦ ਦਾ ਸੋਮਾ ਹੈ ਕਿੱਥੇ। ਜਦੋਂ ਪ੍ਰਭੂ ਦੀ ਮਿਹਰ ਹੋਵੇ ਤਾਂ ਹੀ ਇਹ ਅਵਸਥਾ ਆਉਂਦੀ ਹੈ ਕਿ ਬਹੁੜ ਨਾ ਤ੍ਰਿਸ਼ਨਾ ਲਾਗੇ ਆਏ, ਕਿਉਂਕਿ ਜਦੋਂ ਉਹਦੀ ਮਿਹਰ ਹੋ ਜਾਂਦੀ ਹੈ ਉਹਨੂੰ ਗੁਰੂ ਦੀ ਪ੍ਰਾਪਤੀ ਹੋ ਜਾਂਦੀ, ਗੁਰੂ ਦੀ ਸ਼ਰਨ ਮਿਲ ਜਾਂਦੀ ਹੈ। ਤੇ ਸਤਿਗੁਰੂ ਕਹਿੰਦੇ ਹਨ ਕਿ ਜਦੋਂ ਅਕਾਲ ਪੁਰਖ ਦੀ, ਪ੍ਰਭੂ ਦੀ ਮਿਹਰ ਹੋ ਗਈ, ਸਤਿਗੁਰੂ ਦੀ ਪ੍ਰਾਪਤੀ ਹੋ ਗਈ, ਤਾਂ ਸਤਿਗੁਰੂ ਕਹਿੰਦੇ ਹਨ ਕਹੈ ਨਾਨਕ ਹੋਰ ਅਨ ਰਸ ਸਭ ਵਿਸਰੈ। ਫਿਰ ਉਹਨੂੰ ਸਾਰੇ ਹੀ ਚਸਕੇ ਭੁੱਲ ਜਾਂਦੇ ਆ, ਜਿੰਨੇ ਰਸ ਹਨ, ਜਿੰਨੇ ਇਹਨੂੰ ਆਨੰਦ ਦਾ ਸੋਮਾ ਸਮਝ ਕੇ ਉਹ ਜਿਹੜੇ ਚਸਕਿਆਂ ਦੇ ਵਿੱਚ ਅਸੀਂ ਪਏ ਹੋਏ ਆ, ਅਨ ਰਸ ਸਭ ਵਿਸਰੇ, ਉਹ ਸਾਰੇ ਵਿਸਰ ਜਾਂਦੇ। ਫਿਰ ਉਧਰ ਧਿਆਨ ਨਹੀਂ ਜਾਂਦਾ ਜਾਂ ਹਰ ਵਸੈ ਮਨ। ਜਦੋਂ ਹਰੀ ਦਾ ਸਿਮਰਨ ਸਾਡੇ ਮਨ ਦੇ ਵਿੱਚ ਵਸ ਜਾਏ
ਉਹ ਹਰੀ ਸਿਮਰਨ ਵਿੱਚੋਂ ਪ੍ਰਾਪਤ ਹੋਣ ਵਾਲਾ ਆਨੰਦ ਪ੍ਰਾਪਤ ਹੋ ਜਾਏ। ਉਹ ਪ੍ਰਭੂ ਜਿਸ ਦੀ ਜੋਤ ਸਾਡੇ ਅੰਦਰ ਅਕਾਲ ਪੁਰਖ ਨੇ ਆਪ ਰੱਖੀ ਹੈ, ਉਸ ਪ੍ਰਭੂ ਦੇ ਨਾਲ ਅਸੀਂ ਜੁੜ ਜਾਈਏ, ਉਹਦੀ ਸਿਫਤ ਸਲਾਹ ਕਰਕੇ ਉਹਦੇ ਨਾਲ ਜੁੜ ਜਾਈਏ, ਉਹ ਵਸ ਜਾਵੇ ਸਾਡੇ ਮਨ ਦੇ ਵਿੱਚ, ਤਾਂ ਫਿਰ ਸਤਿਗੁਰੂ ਕਹਿੰਦੇ ਹਨ, ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਬੜੀ ਕਿਰਪਾ ਕਰਕੇ ਕਹਿ ਰਹੇ ਹਨ ਕਿ ਹੋਰ ਅਨ ਰਸ ਸਭ ਵਿਸਰੇ। ਫਿਰ ਸਾਰੇ ਹੀ ਚਸਕੇ, ਸਾਰੇ ਹੀ ਰਸ, ਸਾਰੇ ਹੀ ਉਹ ਚੀਜ਼ਾਂ ਜਿਨ੍ਹਾਂ ਨੂੰ ਅਸੀਂ ਆਨੰਦ ਦਾ ਸੋਮਾ ਸਮਝ ਬੈਠਦੇ ਹਾਂ, ਉਹ ਸਾਰੇ ਹੀ ਵਿਸਰ ਜਾਂਦੇ, ਭੁੱਲ ਹੀ ਜਾਂਦੇ ਹਨ ਬੰਦੇ ਨੂੰ, ਕਿਉਂਕਿ ਅਸਲੀ ਆਨੰਦ ਦਾ ਸੋਮਾ ਉਹ ਮਿਲ ਜਾਂਦਾ ਹੈ। ਫਿਰ ਬਾਕੀ ਜਿਹੜੇ ਸੋਮੇ ਹਨ ਉਹਨਾਂ ਵੱਲ ਧਿਆਨ ਹੀ ਨਹੀਂ ਜਾਂਦਾ। ਕਹੈ ਨਾਨਕ ਹੋਰ ਅਨ ਰਸ ਸਭ ਵਿਸਰੇ, ਜਾਂ ਹਰ ਵਸੈ ਮਨ। ਔਰ ਗੁਰੂ ਜੀ ਇਹਦੇ ਵਿੱਚ ਜੀਭ ਦੀ ਉਦਾਹਰਣ ਲੈ ਕੇ ਕਹਿੰਦੇ ਹਨ ਕਿ ਅਸੀਂ ਤਰ੍ਹਾਂ ਤਰ੍ਹਾਂ ਦੇ ਨਾਲ ਆਪਣੇ ਮਨ ਦੇ ਵਿੱਚ ਆਨੰਦ ਦੀ ਪ੍ਰਾਪਤੀ ਦੇ ਯਤਨ ਕਰਦੇ ਹਾਂ। ਬਿਲਕੁਲ ਉਸੇ ਤਰ੍ਹਾਂ ਜਿਵੇਂ ਅਸੀਂ ਖਾਣ ਪੀਣ ਦੀ ਅਵਸਥਾ ਨਾਲ ਸਵਾਦ ਲੈਣ ਦੀ ਪ੍ਰਾਪਤੀ ਜਿਹੜੀ ਹੈ, ਸਵਾਦ ਲੈਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਉਹ ਸਵਾਦ ਘੜੀ ਦੀ ਘੜੀ ਥੋੜੀ ਦੇਰ ਲਈ ਮਿਲਦਾ, ਫਿਰ ਉਸੇ ਤਰ੍ਹਾਂ ਹੀ ਸਵਾਦ ਦੀ ਜਿਹੜੀ ਲਾਲਸਾ ਹੈ, ਪਿਆਸ ਹੈ, ਉਹ ਫੇਰ ਸਾਡੇ ਅੱਗੇ ਖੜੀ ਹੋ ਜਾਂਦੀ ਹੈ, ਉਹ ਖਤਮ ਨਹੀਂ ਹੁੰਦੀ। ਤੇ ਮਨੁੱਖ ਸਾਰੀ ਜ਼ਿੰਦਗੀ ਇਸੇ ਪਿਆਸ ਦੇ ਵਿੱਚ ਹੀ ਭਟਕਦਾ ਰਹਿੰਦਾ ਹੈ, ਖੁਆਰ ਹੁੰਦਾ ਰਹਿੰਦਾ। ਤੇ ਆਨੰਦ ਦੀ ਪ੍ਰਾਪਤੀ ਉਦੋਂ ਹੁੰਦੀ ਹੈ ਜਦੋਂ ਉਸ ਪ੍ਰਭੂ ਜੋ ਆਨੰਦ ਦਾ ਸੋਮਾ ਹੈ, ਜੋ ਸਦੀਵੀ ਆਨੰਦ ਦਾ ਸੋਮਾ ਹੈ, ਜਦੋਂ ਅਸੀਂ ਉਹਦੇ ਨਾਲ ਜੁੜ ਜਾਂਦੇ ਹਾਂ, ਉਹਦੇ ਨਾਲ ਜੁੜਨ ਦਾ ਆਨੰਦ ਸਾਨੂੰ ਪ੍ਰਾਪਤ ਹੋ ਜਾਂਦਾ ਹੈ, ਤਾਂ ਫਿਰ ਬਾਕੀ ਹੋਰ ਕਿਸੇ ਆਨੰਦ ਦੀ ਲੋੜ ਨਹੀਂ ਰਹਿੰਦੀ। ਪਰ ਮਤਾ ਅਸੀਂ ਇਹ ਸਮਝ ਲਈਏ ਕਿ ਅਸੀਂ ਆਪ ਹੀ ਇਹ ਸਮਝ ਡਿਵੈਲਪ ਕਰਕੇ ਆਪਣੀ ਮੱਤ ਦੇ ਨਾਲ ਇਹਨੂੰ ਪ੍ਰਾਪਤ ਕਰ ਸਕਦੇ ਹਾਂ। ਨਹੀਂ, ਸਤਿਗੁਰੂ ਕਹਿ ਰਹੇ ਹਨ, ਇਹ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸੈ। ਜਿਹਨੂੰ ਸਤਿਗੁਰੂ ਮਿਲਦਾ ਹੈ ਉਹੀ ਇਹਦੀ ਪ੍ਰਾਪਤੀ ਕਰ ਸਕਦਾ ਹੈ। ਤੇ ਸਤਿਗੁਰੂ ਮਿਲਦਾ ਹੈ ਕਰਮਾਂ ਦੇ ਨਾਲ, ਉਸ ਪ੍ਰਭੂ ਦੀ ਕਰਮੀ ਪਾਈ ਹੈ, ਭਾਵ ਉਹਦੀ ਮਿਹਰ ਦੇ ਨਾਲ ਮਿਲਦਾ। ਤਾਂ ਫਿਰ ਸਾਡਾ ਅਗਰ ਕਿਸੇ ਕੋਈ ਯਤਨ ਕਰਨਾ ਹੈ ਤਾਂ ਉਹ ਦੋ ਹੀ ਹਨ ਸਾਡੇ ਵਾਸਤੇ ਯਤਨ। ਇੱਕ ਤਾਂ ਹੈ ਕਿ ਉਸ ਪ੍ਰਭੂ ਦੀ ਮਿਹਰ ਦੇ ਪਾਤਰ ਬਣੀਏ ਤਾਂ ਕਿ ਸਤਿਗੁਰੂ ਦੀ ਸ਼ਰਨ ਮਿਲ ਜਾਵੇ। ਹੁਣ ਸਤਿਗੁਰੂ ਦੀ ਸ਼ਰਨ ਦਾ ਅਰਥ ਸਰੀਰਕ ਤੌਰ ਉੱਤੇ ਸਤਿਗੁਰੂ ਦਾ ਮਿਲਾਪ ਨਹੀਂ, ਸਤਿਗੁਰੂ ਦੇ ਉਪਦੇਸ਼ ਨੂੰ ਪ੍ਰਾਪਤ ਕਰਕੇ ਮਨ ਵਿੱਚ ਵਸਾਉਣਾ, ਜੀਵਨ ਦੇ ਵਿੱਚ ਧਾਰਨ ਕਰਨਾ, ਇਹ ਸ਼ਰਨ ਹੈ ਸਤਿਗੁਰੂ ਦੀ। ਉਹ ਸ਼ਰਨ ਉਸੇ ਨੂੰ ਹੀ ਪ੍ਰਾਪਤ ਹੋ ਸਕਦੀ ਹੈ। ਇਹ ਸਮਰੱਥਾ ਉਸੇ ਦੇ ਹੀ ਹਿੱਸੇ ਆ ਸਕਦੀ ਹੈ ਜਿਹਦੇ ਉੱਤੇ ਅਕਾਲ ਪੁਰਖ ਦੀ ਮਿਹਰ ਹੋ ਜਾਵੇ। ਇਹ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ, ਕਹੈ ਨਾਨਕ ਹੋਰ ਅਨ ਰਸ ਸਭ ਵਿਸਰੇ, ਜਾਂ ਹਰ ਵਸੈ ਮਨ। ਹੁਣ ਇਹੀ ਗੱਲ ਜਿਹੜੀ ਸਤਿਗੁਰੂ ਜੀ ਨੇ ਸਾਨੂੰ ਇਸ ਪੌੜੀ ਦੇ ਵਿੱਚ ਸਮਝਾਈ ਹੈ, ਇਸੇ ਗੱਲ ਨੂੰ ਹੋਰ ਖੋਲ ਕੇ ਸਤਿਗੁਰੂ ਜੀ ਅਗਲੀ ਪੌੜੀ ਦੇ ਵਿੱਚ ਸਾਨੂੰ ਸਮਝਾ ਰਹੇ ਹਨ। ਸਤਿਗੁਰੂ ਜੀ ਕਹਿ ਰਹੇ ਹਨ, ਏ ਸਰੀਰਾ ਮੇਰਿਆ ਹਰ ਤੁਮ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ। ਹਰ ਜੋਤ ਰੱਖੀ ਤੁਧ ਵਿੱਚ, ਤਾਂ ਤੂੰ ਜਗ ਮੈਂ ਆਇਆ। ਹਰਿ ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ। ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਹੁਣ ਆਪਾਂ ਗੱਲ ਕਰ ਰਹੇ ਸੀ ਕਿ ਆਨੰਦ ਦਾ ਸੋਮਾ, ਸੁੱਖ ਦਾ ਸੋਮਾ ਸਾਡੇ ਅੰਦਰ ਹੀ ਹੈ, ਪਰ ਅਸੀਂ ਜਿਵੇਂ ਜੀਭ ਸਾਨੂੰ ਬਾਹਰੋਂ ਸਵਾਦ ਲੈਣ ਵੱਲ ਪ੍ਰੇਰਨਾ ਦਿੰਦੀ ਆ, ਅਸੀਂ ਭੱਜੇ ਫਿਰਦੇ ਆ, ਅਸੀਂ ਜ਼ਿੰਦਗੀ ਦੇ ਬਾਕੀ ਸੁੱਖ ਵੀ ਬਾਹਰੋਂ ਭਾਲਦੇ। ਸਾਨੂੰ ਜ਼ਿੰਦਗੀ ਦੇ ਵਿੱਚ ਯਕੀਨ ਹੀ ਨਹੀਂ ਹੁੰਦਾ ਕਿ ਸੁੱਖ ਦਾ ਸੋਮਾ ਬਾਹਰ ਕਿਤੇ ਨਹੀਂ, ਸਾਡੇ ਅੰਦਰ ਹੈ। ਸਤਿਗੁਰੂ ਜੀ ਸਾਨੂੰ ਇਹ ਗੱਲ ਸਮਝਾ ਰਹੇ ਹਨ ਕਿ ਹੇ ਮੇਰੇ ਸਰੀਰ, ਤੂੰ ਦੁਨੀਆ ਦੇ ਵਿੱਚੋਂ ਬਾਹਰੋਂ ਆਨੰਦ ਦੀ ਪ੍ਰਾਪਤੀ ਲਈ ਭੱਜਾ ਫਿਰਦਾ ਹੈ, ਜ਼ੋਰ ਲਗਾ ਰਿਹਾ ਹੈ, ਭਟਕ ਰਿਹਾ ਹੈ।
ਤੂੰ ਆਨੰਦ ਬਾਹਰੋਂ ਲੱਭ ਰਿਹਾ ਹੈ, ਸੁੱਖ ਬਾਹਰੋਂ ਲੱਭ ਰਿਹਾ ਹੈ, ਪਰ ਹੇ ਮੇਰੇ ਸਰੀਰ, ਤੂੰ ਇਸ ਗੱਲ ਨੂੰ ਮੰਨ ਕਿ ਸੁੱਖ ਦਾ, ਆਨੰਦ ਦਾ ਜਿਹੜਾ ਸੋਮਾ ਹੈ ਉਹ ਤੇਰੇ ਅੰਦਰ ਹੈ, ਹੋਰ ਕਿਤੇ ਨਹੀਂ। ਸਾਨੂੰ ਇਸ ਗੱਲ ਦੇ ਉੱਤੇ ਯਕੀਨ ਨਹੀਂ ਆਉਂਦਾ ਤੇ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਇਹ ਸਰੀਰਾ ਮੇਰਿਆ ਹਰ ਤੁਮੈ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ। ਵੀ ਤੂੰ ਇਸ ਗੱਲ ਨੂੰ ਮੰਨ ਕਿ ਉਹ ਪ੍ਰਭੂ ਤੇਰੇ ਅੰਦਰ ਬੈਠਾ ਹੈ, ਜਿਹੜਾ ਆਨੰਦ ਦਾ ਸੋਮਾ ਹੈ। ਤੂੰ ਯਕੀਨ ਕਰ ਇਹਦੇ ਉੱਤੇ, ਕਿਉਂਕਿ ਜੇ ਉਹਨੇ ਤੇਰੇ ਅੰਦਰ ਆਪਣੀ ਜੋਤ ਨਾ ਰੱਖੀ ਹੁੰਦੀ ਤੇ ਤੂੰ ਇਸ ਜਗਤ ਵਿੱਚ ਆਣਾ ਹੀ ਨਹੀਂ ਸੀ। ਤਾਂ ਤੂੰ ਜਗ ਮੈਂ ਆਇਆ। ਕਿ ਤੂੰ ਇਹਦੇ ਲਈ ਕੋਈ ਦਲੀਲ ਨਾ ਲੱਭ, ਇਹਦੇ ਲਈ ਕੋਈ ਭਰੋਸਾ ਯਕੀਨ ਕਰਨ ਲਈ ਹੋਰ ਕੋਈ ਪ੍ਰੂਫ ਨਾ ਲੱਭ ਕਿ ਤੇਰੇ ਅੰਦਰ ਆਨੰਦ ਦਾ ਸੋਮਾ ਹੈ। ਆਨੰਦ ਦਾ ਸੋਮਾ ਤਾਂ ਅੰਦਰ ਹੋਣਾ ਤੇਰੇ ਲਾਜ਼ਮੀ ਹੈ, ਕਿਉਂਕਿ ਜੇ ਤੇਰੇ ਅੰਦਰ ਉਹ ਪ੍ਰਭੂ ਦੀ ਜੋਤ ਜਿਹੜੀ ਕਿ ਆਨੰਦ ਦਾ ਸੋਮਾ ਹੈ ਉਹ ਨਾ ਹੁੰਦੀ ਤੇ ਤੂੰ ਜਗਤ ਵਿੱਚ ਆ ਹੀ ਨਹੀਂ ਸੀ ਸਕਦਾ। ਗੱਲ ਤਾਂ ਇੰਨੀ ਹੀ ਸਮਝਣ ਵਾਲੀ ਹੈ ਨਾ ਕਿ ਹਰ ਤੁਮੈ ਜੋਤ ਰੱਖੀ। ਜਦੋਂ ਉਹਨੇ ਆਪਣੀ ਜੋਤ, ਆਪਣਾ ਇੱਕ ਅੰਸ਼, ਆਪਣਾ ਇੱਕ ਹਿੱਸਾ ਤੇਰੇ ਅੰਦਰ ਰੱਖਿਆ, ਕਿਉਂਕਿ ਉਸ ਜੋਤ ਨਾਲ ਹੀ ਸਾਡੇ ਜੀਵਨ ਦਾ ਪ੍ਰਕਾਸ਼ ਹੋਇਆ ਹੈ। ਸਾਡਾ ਜੀਵਨ ਚੱਲ ਹੀ ਉਸ ਜੋਤ ਦੇ ਸਹਾਰੇ ਤੇ ਰਿਹਾ। ਤੂੰ ਆਇਆ ਹੀ ਉਦੋਂ ਹੈ ਇਸ ਜਗਤ ਦੇ ਅੰਦਰ। ਤੈਨੂੰ ਇਸ ਜਗਤ ਦੇ ਵਿੱਚ ਆਉਣ ਦਾ ਰਸਤਾ ਹੀ ਉਦੋਂ ਪ੍ਰਾਪਤ ਹੋਇਆ ਹੈ। ਤੂੰ ਇਸ ਜਗਤ ਦੇ ਵਿੱਚ ਆਉਣ ਲਈ ਤੇਰਾ ਰਾਹ ਹੀ ਉਦੋਂ ਖੁੱਲਿਆ ਹੈ। ਤੂੰ ਆਇਆ ਹੀ ਉਦੋਂ ਹੈ ਜਦੋਂ ਤੇਰੇ ਅੰਦਰ ਪ੍ਰਭੂ ਨੇ ਆਪਣੀ ਜੋਤ ਰੱਖ ਦਿੱਤੀ। ਤਾਂ ਤੂੰ ਮੰਨ ਕਿ ਬਈ ਤੈਨੂੰ ਜਿਹੜਾ ਆਨੰਦ ਹੈ ਉਹ ਵੀ ਉੱਥੋਂ ਹੀ, ਅੰਦਰੋਂ ਹੀ ਪ੍ਰਾਪਤ ਹੋ। ਦੁਬਾਰਾ ਸਤਿਗੁਰੂ ਕਹਿ ਰਹੇ ਹਨ, ਹਰ ਜੋਤ ਰੱਖੀ ਤੁਧ ਵਿੱਚ, ਤਾਂ ਤੂੰ ਜਗ ਮੈਂ ਆਇਆ। ਤੂੰ ਦੁਬਾਰਾ ਸੁਣ ਲੈ, ਦੁਬਾਰਾ ਗੱਲ ਮੇਰੀ ਮੰਨ ਲੈ, ਮਨ ਦੇ ਵਿੱਚ ਵਸਾਲ ਹੈ ਕਿ ਜਦੋਂ ਤੇਰੇ ਅੰਦਰ ਉਸ ਅਕਾਲ ਪੁਰਖ ਨੇ, ਪ੍ਰਭੂ ਨੇ ਆਪਣੀ ਜੋਤ ਰੱਖੀ, ਤਾਂ ਹੀ ਤੂੰ ਜਗ ਵਿੱਚ ਆਇਆ, ਵਰਨਾ ਤੂੰ ਆ ਹੀ ਨਹੀਂ ਸੀ ਸਕਦਾ। ਹੁਣ ਜਿਸ ਨੇ ਤੇਰੇ ਅੰਦਰ ਜੋਤ ਰੱਖੀ ਹੈ ਉਹਦੇ ਨਾਲ ਤੇਰਾ ਰਿਸ਼ਤਾ ਕੀ ਹੈ? ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਉਪਾਏ ਜਗਤ ਦਿਖਾਇਆ। ਜਗਤ ਦਿਖਾਇਆ ਭਾਵ ਜਗਤ ਦੇ ਵਿੱਚ ਭੇਜਿਆ। ਉਪਾਏ ਭਾਵ ਪੈਦਾ ਕਰਕੇ, ਅਸੀਂ ਜਿਹਨੂੰ ਜੀਵ ਕਹਿੰਦੇ ਹਾਂ, ਜੀਓ। ਜਿਸ ਪ੍ਰਭੂ ਨੇ ਜੀਵ ਨੂੰ ਪੈਦਾ ਕਰਕੇ ਜਗਤ ਵਿੱਚ ਭੇਜਿਆ ਹੈ, ਭਾਵ ਤੇਰੇ ਅੰਦਰ ਜਿਸਨੇ ਆਪਣੀ ਜੋਤ, ਜਿਹਨੂੰ ਅਸੀਂ ਜੀਵ ਕਹਿ ਦਿੰਦੇ ਹਾਂ, ਉਹ ਤੇਰੇ ਅੰਦਰ ਰੱਖ ਕੇ ਤੈਨੂੰ ਜਗਤ ਦੇ ਵਿੱਚ ਭੇਜਿਆ ਹੈ। ਉਹ ਕੌਣ ਹੈ? ਹਰ ਆਪੇ ਮਾਤਾ ਆਪੇ ਪਿਤਾ। ਉਹ ਤੇਰੇ ਮਾਤਾ ਪਿਤਾ ਵਾਂਗ ਹੈ। ਤੇਰੇ ਮਾਪਿਓ ਜਾਂ ਮਾਪੇ ਹੁੰਦੇ ਹਨ ਜਿਵੇਂ, ਤੇ ਮਾਪੇ ਜਿਵੇਂ ਆਪਣੇ ਔਲਾਦ ਦੇ ਹਰ ਸੁੱਖ ਦਾ ਧਿਆਨ ਰੱਖਦੇ ਹਨ, ਉਹਨੂੰ ਕੋਈ ਤਕਲੀਫ ਨਾ ਹੋਵੇ, ਬੱਚਾ ਖੁਸ਼ ਰਵੇ, ਹੱਸਦਾ ਰਵੇ। ਬੱਚਾ ਰੋਂਦਾ ਹੋਵੇ ਤੇ ਮਾਂ-ਬਾਪ ਯਤਨ ਕਰਕੇ ਉਹਨੂੰ ਖੁਸ਼ ਕਰਦੇ ਹਨ, ਸੁੱਖ ਦਿੰਦੇ ਹਨ। ਉਹਨੂੰ ਕਿਸੇ ਕਿਸਮ ਦੀ ਤਕਲੀਫ ਹੋਵੇ ਤੇ ਬੱਚੇ ਨੂੰ ਕਿੰਨੀ ਤਕਲੀਫ ਮਹਿਸੂਸ ਹੁੰਦੀ ਹੈ ਇਹ ਤਾਂ ਅਸੀਂ ਕਹਿ ਨਹੀਂ ਸਕਦੇ, ਪਰ ਮਾਤਾ ਪਿਤਾ ਦਾ ਚਿਹਰਾ ਜ਼ਰੂਰ ਉਤਰਦਾ। ਇਹ ਮਾਤਾ ਪਿਤਾ ਦੀ ਖਾਸੀਅਤ ਹੈ ਕਿ ਉਹ ਆਪਣੇ ਬੱਚੇ ਨੂੰ ਸੁੱਖ ਦੇਣ ਦੇ ਲਈ ਸਭ ਕੁਝ ਕਰਦੇ ਹਨ। ਤੇ ਭਾਈ ਜਿਹਨੇ ਤੈਨੂੰ ਪੈਦਾ ਕੀਤਾ ਹੈ ਇਸ ਜਗਤ ਦੇ ਵਿੱਚ, ਉਹ ਵੀ ਤਾਂ ਤੇਰਾ ਮਾਤਾ ਪਿਤਾ, ਮਾਪਿਓ ਹੀ ਹੈ ਨਾ। ਉਹ ਵੀ ਤਾਂ ਤੇਰੇ ਸੁੱਖ ਆਨੰਦ ਦਾ ਖਿਆਲ ਰੱਖੇਗਾ ਨਾ, ਜਿਹਨੇ ਤੈਨੂੰ ਇਹ ਜਗਤ ਦੇ ਵਿੱਚ ਪੈਦਾ ਕੀਤਾ ਹੈ। ਤੇ ਇਹ ਗੱਲ ਪੱਕੀ ਹੈ ਕਿ ਸੁੱਖ ਆਨੰਦ ਦਾ ਸਭ ਤੋਂ ਵੱਡਾ ਦਾਤਾ ਤੇ ਉਹ ਅਕਾਲ ਪੁਰਖ ਆਪ ਹੈ। ਤੇ ਫਿਰ ਤੂੰ ਆਪਣੇ ਮਾਤਾ ਪਿਤਾ ਨੂੰ, ਜਿਹੜਾ ਕਿ ਸੁੱਖ ਆਨੰਦ ਦਾ ਸਭ ਤੋਂ ਵੱਡਾ ਦਾਤਾ ਹੈ, ਉਹਨੂੰ ਛੱਡ ਕੇ ਹੋਰ ਆਨੰਦ ਕਿੱਥੋਂ ਲੱਭਦਾ ਫਿਰਦਾ ਹੈ? ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਉਪਾਏ ਜਗਤ ਦਿਖਾਏ। ਸਾਡੀ ਹਾਲਤ ਉਸ ਬੱਚੇ ਵਰਗੀ ਹੈ ਜਿਹੜਾ ਆਪਣੇ ਮਾਤਾ ਪਿਤਾ ਦੀ ਗੋਦੀ ਨੂੰ ਛੱਡ ਕੇ ਜੀਵਨ ਦਾ ਸੁੱਖ ਆਲੇ ਦੁਆਲੇ ਦੇ ਲੋਕਾਂ ਤੋਂ, ਯਾਰਾਂ ਦੋਸਤਾਂ ਤੋਂ, ਆਂਢੀਆਂ ਗੁਆਂਢੀਆਂ ਤੋਂ, ਰਿਸ਼ਤੇਦਾਰਾਂ ਦੀਆਂ ਗੋਦੀਆਂ ਵਿੱਚੋਂ, ਉਹਨਾਂ ਦੇ ਸਾਥ ਵਿੱਚੋਂ ਲੱਭਦਾ ਹੈ।
ਬੱਚੇ ਨੂੰ ਤਾਂ ਸ਼ਾਮ ਨੂੰ ਅਹਿਸਾਸ ਹੋ ਜਾਂਦਾ ਹੈ ਕਿ ਨਹੀਂ ਬਸ ਹੋ ਗਿਆ ਹੈ ਤੇ ਹੁਣ ਮੈਂ ਆਪਣੇ ਮਾਤਾ ਪਿਤਾ ਕੋਲ ਜਾਣਾ, ਪਰ ਸਾਡਾ ਜੀਵਨ ਦੀ ਸ਼ਾਮ ਆ ਜਾਂਦੀ, ਸਾਨੂੰ ਇਹ ਅਹਿਸਾਸ ਨਹੀਂ ਹੁੰਦਾ। ਅਸੀਂ ਹੋਰ ਪਾਸੇ ਹੀ ਲੱਭਦੇ ਫਿਰਦੇ ਹਾਂ। ਕਦੀ ਬਾਹਰ ਜੀਵਨ ਦੀ ਜੋ ਜਗਤ ਦੀ ਰਚਨਾ ਹੈ, ਜਿਹਨੂੰ ਅਸੀਂ ਮਾਇਆ ਕਹਿ ਦਿੰਦੇ ਹਾਂ, ਉਹਦੇ ਵਿੱਚੋਂ ਲੱਭਦੇ ਫਿਰਦੇ ਹਾਂ। ਕਦੇ ਸਾਡੇ ਮਨ ਦੇ ਵਿੱਚ ਜੋ 5 ਔਗੁਣ, ਸਾਡੇ 5 ਦੁਸ਼ਮਣ ਹਨ ਜਿਹੜੇ, ਉਹ ਸਾਡੇ ਮਨ ਵਿੱਚ ਜਿਹੜੀਆਂ ਭਾਵਨਾਵਾਂ ਪੈਦਾ ਕਰਦੇ ਹਨ, ਅਸੀਂ ਉਹਨਾਂ ਨੂੰ ਹੀ ਆਨੰਦ ਦਾ ਸੋਮਾ ਮੰਨ ਲੈਂਦੇ ਹਾਂ। ਤੇ ਉਹਦੇ ਕੋਲ ਅਸੀਂ ਜਾਂਦੇ ਹੀ ਨਹੀਂ ਜਿਹੜਾ ਆਨੰਦ ਦਾ ਅਸਲੀ ਸੋਮਾ ਹੈ। ਉਹ ਜੋ ਸਾਡੇ ਅੰਦਰ ਬੈਠਾ ਹੈ, ਉਹ ਜੋ ਸਾਡਾ ਮਾਤਾ ਪਿਤਾ ਹੈ, ਜਿਹੜਾ ਹਰ ਵੇਲੇ ਸਾਨੂੰ ਸੁੱਖ ਆਨੰਦ ਦੇਣ ਦੇ ਯਤਨ ਕਰ ਰਿਹਾ ਹੈ, ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰ ਰਿਹਾ ਹੈ। ਅਸੀਂ ਭਾਵੇਂ ਕਿੰਨੇ ਕਿਰਤ ਘਣ ਹੋ ਜਾਈਏ, ਪਰ ਉਹ ਸਾਡੇ ਸਾਰੇ ਸੁੱਖਾਂ ਦਾ ਖਿਆਲ ਰੱਖਦਾ ਹੈ। ਪਰ ਮਨ ਦਾ ਆਨੰਦ ਤੇ ਸਾਨੂੰ ਉਹਦੇ ਕੋਲੋਂ ਹੀ ਪ੍ਰਾਪਤ ਕਰਨਾ ਪਏਗਾ ਨਾ। ਬਾਹਰਲੇ ਸਰੀਰ ਦੇ ਸੁੱਖ ਤਾਂ ਉਹਨੇ ਦੇ ਦਿੱਤੇ ਸਾਨੂੰ ਸਾਰੇ, ਪਰ ਅੰਦਰ ਦਾ ਸੁੱਖ ਪ੍ਰਾਪਤ ਕਰਨ ਲਈ, ਅੰਦਰ ਦਾ ਆਨੰਦ ਪ੍ਰਾਪਤ ਕਰਨ ਲਈ ਸਾਨੂੰ ਉਹਦੇ ਕੋਲ ਜਾਣਾ ਪਏਗਾ, ਉਹਦੇ ਕੋਲੋਂ ਆਨੰਦ ਪ੍ਰਾਪਤ ਕਰਨਾ ਪਏਗਾ। ਪਰ ਅਸੀਂ ਉਸ ਜਗਤ ਦੇ ਵਿੱਚੋਂ ਪ੍ਰਾਪਤ ਕਰ ਰਹੇ ਹਾਂ। ਇਸ ਪੰਜ ਭੂਤਕ ਜਗਤ ਜੋ ਹੈ, ਭੌਤਿਕ ਜਗਤ ਹੈ, ਉਹਦੇ ਕੋਲੋਂ ਅਸੀਂ ਪ੍ਰਾਪਤ ਕਰਨ ਦਾ ਯਤਨ ਕਰ ਰਹੇ ਹਾਂ ਕਿ ਸਦੀਵੀ ਆਨੰਦ, ਜੋ ਇਸ ਬਾਣੀ ਦਾ ਵਿਸ਼ਾ ਹੈ, ਸਤਿਗੁਰੂ ਉਹਦੀ ਗੱਲ ਕਰ ਰਹੇ। ਹੁਣ ਅੱਗੇ ਸਤਿਗੁਰੂ ਕਹਿ ਰਹੇ ਹਨ, ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ, ਚਲਤ ਨਜ਼ਰੀ ਆਇਆ। ਚਲਤ ਦਾ ਅਰਥ ਹੈ ਇੱਕ ਤਮਾਸ਼ਾ ਜਾਂ ਖੇਡ। ਜਿਵੇਂ ਮਦਾਰੀ ਸਾਡੇ ਸਾਹਮਣੇ ਖੇਡ ਕਰਦਾ ਹੈ, ਤਮਾਸ਼ਾ ਕਰਦਾ ਹੈ, ਇਹ ਇੱਕ ਤਮਾਸ਼ਾ ਹੈ। ਹੁਣ ਅਸੀਂ ਤਮਾਸ਼ਾ ਦੇਖਦੇ ਹਾਂ, ਮਦਾਰੀ ਆਂਦਾ ਹੈ ਸਾਡੀ ਗਲੀ 'ਚ, ਬਾਂਦਰ ਬਾਂਦਰੀ ਦਾ ਨਾਚ ਦਿਖਾਉਣ ਲਈ ਮਦਾਰੀ ਆ ਜਾਂਦਾ ਹੈ। 5 ਮਿੰਟ, 10 ਮਿੰਟ, 15 ਮਿੰਟ, ਅੱਧਾ ਘੰਟਾ ਦਿਖਾਉਂਦਾ ਹੈ ਤੇ ਉਸ ਤੋਂ ਬਾਅਦ ਤੁਰ ਜਾਂਦਾ ਹੈ। ਅਸੀਂ ਫੇਰ ਉਸੇ 2-4 ਘੜੀ ਉਹਦੀ ਯਾਦ ਕਰਕੇ ਵੀ ਹਾਂਜੀ ਬੜਾ ਸਵਾਦ ਆਇਆ, ਬੜਾ ਆਨੰਦ ਆਇਆ, ਉਸ ਤੋਂ ਬਾਅਦ ਉਹ ਖਤਮ ਹੋ ਗਿਆ। ਸਤਿਗੁਰੂ ਕਹਿੰਦੇ ਹਨ ਜਗਤ ਵੀ ਇੱਕ ਤਮਾਸ਼ਾ ਹੈ, ਇੱਕ ਮਦਾਰੀ ਦਾ ਤਮਾਸ਼ਾ, ਇੱਕ ਖੇਡ ਹੈ। ਜਿੰਨੀ ਦੇਰ ਉਹ ਖੇਡ ਚੱਲ ਰਹੀ ਹੈ, ਅਸੀਂ ਦੇਖ ਕੇ ਬੜੇ ਆਨੰਦਿਤ ਹੋ ਰਹੇ ਹਾਂ। ਖੇਡ ਖਤਮ ਹੋਈ, ਆਨੰਦ ਚਲਾ ਗਿਆ। ਤੇ ਜਿਹੜਾ ਜਗਤ ਹੀ ਤਮਾਸ਼ੇ ਵਾਂਗ ਟੈਂਪਰੇਰੀ ਹੈ, ਉਹਦੇ ਕੋਲੋਂ ਸਾਨੂੰ ਸਦੀਵੀ ਆਨੰਦ ਕਿਵੇਂ ਪ੍ਰਾਪਤ ਹੋਏਗਾ? ਪਰ ਅਸੀਂ ਹਾਂ ਕਿ ਇਸ ਜਗਤ ਨੂੰ ਸਦੀਵੀ ਮੰਨ ਬੈਠੇ ਹਾਂ। ਇਹ ਮੰਨਦੇ ਹੀ ਨਹੀਂ ਕਿ ਟੈਂਪਰੇਰੀ ਹੈ, 4 ਘੜੀਆਂ 'ਚ ਇਹਨੇ ਖਤਮ ਹੋ ਜਾਣਾ ਹੈ। ਹੁਣ ਇਹ ਸਾਨੂੰ ਸਮਝ ਵੀ ਕਿਵੇਂ ਲੱਗੇ ਵੀ ਇਹ ਟੈਂਪਰੇਰੀ ਚੀਜ਼ਾਂ ਦੇ ਵਿੱਚੋਂ ਅਸੀਂ ਸਦੀਵੀ ਆਨੰਦ ਲੱਭ ਰਹੇ ਹਾਂ। ਹੁਣ ਇਹ ਜਗਤ ਤਮਾਸ਼ਾ ਹੈ, ਇਹ ਤਮਾਸ਼ਾ ਸਾਨੂੰ ਨਜ਼ਰ ਕਿਵੇਂ ਆਏਗਾ? ਇਹਦੀ ਸਮਝ ਸਾਨੂੰ ਕਿਵੇਂ ਪਤਾ ਲੱਗੇਗੀ ਕਿ ਇਹ ਜਗਤ ਜੋ ਹੈ ਇਹ ਟੈਂਪਰੇਰੀ ਹੈ, ਥੋੜ੍ਹਾ ਚਿਰ ਤਮਾਸ਼ਾ ਹੈ, ਜਿਹੜਾ ਥੋੜੀ ਦੇਰ ਦੇ ਵਿੱਚ ਖਤਮ ਹੋ ਜਾਣਾ ਹੈ। ਇਹਦੇ ਵਿੱਚੋਂ ਹੋਰ ਸਾਨੂੰ ਕੁਝ ਨਹੀਂ ਮਿਲ ਸਕਦਾ, ਇੱਕ ਥੋੜ੍ਹਾ ਚਿਰ ਸਵਾਦ ਹੀ ਆ ਸਕਦਾ ਹੈ ਬਸ। ਇਹ ਕਿਵੇਂ ਪਤਾ ਲੱਗੇਗਾ? ਗੁਰ ਪ੍ਰਸਾਦੀ ਬੁੱਝਿਆ। ਜਦੋਂ ਗੁਰੂ ਦੀ ਕਿਰਪਾ ਪ੍ਰਾਪਤ ਹੋ ਜਾਏਗੀ, ਗੁਰੂ ਦੀ ਮਿਹਰ ਪ੍ਰਾਪਤ ਹੋ ਜਾਏਗੀ, ਗੁਰੂ ਦੀ ਸ਼ਰਨ ਮਿਲ ਜਾਏਗੀ, ਗੁਰੂ ਮਿਹਰ ਕਰਕੇ ਆਪਣਾ ਉਪਦੇਸ਼ ਸਾਨੂੰ ਦੇਵੇਗਾ ਤੇ ਅਕਾਲ ਪੁਰਖ ਦੀ ਮਿਹਰ ਦੇ ਨਾਲ ਉਸ ਉਪਦੇਸ਼ ਉੱਤੇ ਅਸੀਂ ਚੱਲਣਾ ਸ਼ੁਰੂ ਕਰ ਦੇਵਾਂਗੇ, ਤਾਂ ਫੇਰ ਬੁੱਝਿਆ, ਫੇਰ ਸਾਨੂੰ ਇਸ ਗਿਆਨ ਹੋਏਗਾ, ਫਿਰ ਸਾਨੂੰ ਇਹ ਸਮਝ ਆਉਂਦੀ ਹੈ, ਫਿਰ ਸਾਨੂੰ ਇਹ ਦਿਸਣਾ ਸ਼ੁਰੂ ਹੋ ਜਾਂਦਾ ਹੈ। ਤਾਂ ਚਲਤ ਹੋਆ, ਫਿਰ ਇਹ ਚਲਤ ਤਮਾਸ਼ਾ ਜਿਹੜਾ ਹੈ, ਤਮਾਸ਼ਾ ਹੀ ਦਿਸਣਾ ਸ਼ੁਰੂ ਹੋ ਜਾਂਦਾ ਹੈ, ਚਲਤ ਨਜ਼ਰੀ ਆਇਆ। ਜਦੋਂ ਤੱਕ ਗੁਰੂ ਦੀ ਸ਼ਰਨ ਦੇ ਵਿੱਚ ਨਹੀਂ ਪਏ, ਗੁਰੂ ਨੇ ਸਾਨੂੰ ਮੱਤ ਨਹੀਂ ਬਖਸ਼ੀ, ਅਸੀਂ ਉਹ ਮੱਤ ਲਈ ਨਹੀਂ, ਧਾਰਨ ਨਹੀਂ ਕੀਤੀ, ਉਦੋਂ ਤੱਕ ਇਹ ਜੋ ਤਮਾਸ਼ਾ ਸੀ ਇਹੀ ਸਾਨੂੰ ਸਦੀਵੀ ਦਿਸ ਰਿਹਾ ਸੀ। ਪਰ ਜਦੋਂ ਗੁਰੂ ਨੇ ਗੱਲ ਸਮਝਾ ਦਿੱਤੀ ਤਾਂ ਫਿਰ ਇਹ ਜਿਹੜਾ ਤਮਾਸ਼ਾ ਹੈ ਹੁਣ ਉਹੀ ਨਜ਼ਰ ਆ ਰਿਹਾ ਜਿਹੜਾ ਕਿ ਹੈ। ਭਾਵ ਤਮਾਸ਼ਾ ਹੁਣ ਤਮਾਸ਼ਾ ਹੀ ਨਜ਼ਰ ਆ ਰਿਹਾ, ਇਹੀ ਗੁਰੂ ਦੀ ਮਿਹਰ ਹੈ। ਤਾਂ ਸਤਿਗੁਰੂ ਕਹਿੰਦੇ ਹਨ ਕਿ ਜੇ ਇਹ ਜਗਤ ਤਮਾਸ਼ਾ ਹੈ ਤਾਂ ਤੂੰ ਤਮਾਸ਼ੇ ਦੇ ਵਿੱਚੋਂ ਆਨੰਦ ਕਿਵੇਂ ਲੱਭ ਰਿਹਾ ਹੈ? ਜਿਵੇਂ ਪਹਿਲੀ ਪੌੜੀ ਦੇ ਵਿੱਚ ਸਤਿਗੁਰੂ ਜੀ ਨੇ ਰਸਨਾ ਦਾ ਇੱਕ ਆਪਾਂ ਕਹੀਏ ਉਦਾਹਰਨ ਲੈ ਕੇ ਸਾਨੂੰ ਗੱਲ ਸਮਝਾ ਰਹੇ ਸਨ। ਗੱਲ ਉੱਥੇ ਰਸਨਾ ਦੀ ਨਹੀਂ ਹੈ, ਗੱਲ ਸਾਡੇ ਸਾਰੇ ਜੀਵਨ ਦੀ ਹੈ, ਸਾਡੇ ਮਨ ਦੀ ਹੈ, ਸਾਡੇ ਮਤ ਦੀ ਹੈ
ਕਿ ਇਹ ਆਨੰਦ ਜਿਹੜਾ ਹੈ ਅਸੀਂ ਉਹ ਥੋੜ੍ਹੇ ਚਿਰੇ ਸਵਾਦਾਂ ਦੇ ਵਿੱਚੋਂ ਪ੍ਰਾਪਤ ਕਰਨ ਦੀ ਯਤਨ ਕਰ ਰਹੇ ਹਾਂ। ਤੇ ਸਤਿਗੁਰੂ ਕਹਿ ਰਹੇ ਹਨ ਸੁੱਖ ਦਾ ਸੋਮਾ ਤੇਰੇ ਅੰਦਰ ਹੈ। ਇਹ ਹੋਣਾ ਲਾਜ਼ਮੀ ਹੈ, ਇਸ ਤੋਂ ਬਿਨਾਂ ਇਹ ਹੋ ਹੀ ਨਹੀਂ ਸਕਦਾ ਕਿ ਤੇਰੇ ਅੰਦਰ ਸੁੱਖ ਦਾ ਆਨੰਦ ਦਾ ਸੋਮਾ ਨਾ ਹੋਵੇ। ਉਹ ਚਸ਼ਮਾ ਤੇਰੇ ਅੰਦਰ ਸਦੀਵੀ ਅਨੰਤ ਚਸ਼ਮਾ ਆਨੰਦ ਦਾ ਤੇਰੇ ਅੰਦਰ ਨਾ ਵਗ ਰਿਹਾ ਹੋਵੇ, ਹੋ ਹੀ ਨਹੀਂ ਸਕਦਾ। ਕਿਉਂਕਿ ਜੇ ਉਹ ਚਸ਼ਮਾ ਨਾ ਹੁੰਦਾ ਤੇ ਤੂੰ ਹੀ ਨਾ ਹੁੰਦਾ, ਤਾਂ ਤੂੰ ਜਗ ਮੈਂ ਆਇਆ। ਸਤਿਗੁਰਾਂ ਨੇ ਪਹਿਲੇ ਕਿਹਾ ਕਿ ਉਸ ਹਰੀ ਰਸ ਦੇ ਵਿੱਚੋਂ ਤੈਨੂੰ ਸਦੀਵੀ ਆਨੰਦ ਮਿਲਦਾ। ਹਰ ਰਸ ਪਾਏ ਪੱਲੇ ਪੀਏ ਹਰ ਰਸ, ਬਹੁੜ ਨਾ ਤ੍ਰਿਸ਼ਨਾ ਲੱਗਿਆ। ਫਿਰ ਭਟਕਣ ਤੇਰੀ ਖਤਮ ਹੋ ਜਾਏਗੀ, ਸਾਰੀ ਪਿਆਸ ਖਤਮ ਹੋ ਜਾਏਗੀ। ਜ਼ਿੰਦਗੀ ਦੇ ਵਿੱਚ ਜਿਤਨੀਆਂ ਆਨੰਦ ਦੀਆਂ ਵਸਤੂਆਂ ਨੂੰ ਲੱਭਣ ਦੇ ਯਤਨ ਕਰ ਰਹੇ ਆ, ਸਾਰੇ ਖਤਮ ਹੋ ਜਾਣਗੇ ਜਦੋਂ ਤੈਨੂੰ ਰਸ ਦਾ ਸੋਮਾ ਮਿਲ ਗਿਆ। ਪਰ ਮਿਲਣਾ ਕਿਵੇਂ ਹੈ? ਗੁਰੂ ਦੇ ਕੋਲ। ਤੈਨੂੰ ਯਕੀਨ ਨਹੀਂ ਨਾ ਆਉਂਦਾ, ਹੁਣ ਸਤਿਗੁਰੂ ਜੀ ਕਹਿ ਰਹੇ ਤੇਰੇ ਅੰਦਰ ਹੈ ਭਾਈ, ਉਸ ਤੋਂ ਬਿਨਾਂ ਤੂੰ ਜਗਤ ਵਿੱਚ ਆ ਹੀ ਨਹੀਂ ਸੀ ਸਕਦਾ। ਗਲਤੀ ਤੂੰ ਸਿਰਫ ਇਹੀ ਕਰ ਰਿਹਾ ਹੈ ਕਿ ਜਿਹੜਾ ਆਨੰਦ ਦਾ ਸੋਮਾ ਹੈ ਤੂੰ ਉਹਦੇ ਨਾਲ ਨਹੀਂ ਜੁੜ ਰਿਹਾ। ਉਹ ਚੀਜ਼ ਜਿਹੜੀ ਟੈਂਪਰੇਰੀ ਤੈਨੂੰ ਸੁੱਖ ਦੇਣ ਵਾਲੀ ਹੈ, ਤੂੰ ਉਹਨੂੰ ਉਹ ਟੈਂਪਰੇਰੀ ਨਹੀਂ ਸਮਝ ਰਿਹਾ, ਉਹਨੂੰ ਪਰਮਾਨੈਂਟ ਸਮਝ ਰਿਹਾ, ਉਹਨੂੰ ਸਦੀਵੀ ਸਮਝ ਰਿਹਾ, ਤੇ ਉੱਥੋਂ ਸਦੀਵੀ ਆਨੰਦ ਦੀ ਭਾਲ ਕਰ ਰਿਹਾ ਹੈ। ਇਹ ਤੈਨੂੰ ਜਦੋਂ ਸਮਝ ਆ ਗਈ, ਗੁਰੂ ਨੇ ਮਿਹਰ ਕਰ ਦਿੱਤੀ, ਫਿਰ ਇਹ ਜਿਹੜਾ ਤਮਾਸ਼ਾ ਹੈ ਉਹ ਤਮਾਸ਼ਾ ਦਿਸਣਾ ਸ਼ੁਰੂ ਹੋ ਗਿਆ। ਤੇ ਫਿਰ ਤੂੰ ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਹੁਣ ਸਤਿਗੁਰੂ ਕਹਿੰਦੇ ਹਨ ਕਿ ਤੂੰ ਜਗਤ ਵਿੱਚ ਆਇਆ ਹੀ ਉਦੋਂ ਹੈ ਜਦੋਂ ਅਕਾਲ ਪੁਰਖ ਨੇ ਜਗਤ ਦੀ ਰਚਨਾ ਦਾ ਮੂਲ ਰੱਖਿਆ। ਕਿਉਂਕਿ ਜਗਤ ਦੀ ਰਚਨਾ ਦਾ ਮੂਲ ਇੱਕ ਚੇਤਨਤਾ ਹੈ, ਸਾਡੀ ਉਹ ਜੀਵ ਜਿਸ ਨੂੰ ਅਸੀਂ ਕਹਿ ਦਿੰਦੇ ਹਾਂ, ਜਿਹਦੇ ਸਾਰੇ ਸਾਰਾ ਜੀਵਨ ਚੱਲਦਾ ਹੈ। ਜੀਵਨ ਹੈ ਤਾਂ ਸ੍ਰਿਸ਼ਟੀ ਹੈ। ਤਾਂ ਸਤਿਗੁਰੂ ਜੀ ਕਹਿੰਦੇ ਹਨ ਕਿ ਜਗਤ ਦੀ ਰਚਨਾ ਦਾ ਮੂਲ ਉਹ ਜੀਵ ਹੈ। ਸਤਿਗੁਰੂ ਜੀ ਕਹਿ ਰਹੇ ਹਨ ਕਿ ਉਹ ਅਕਾਲ ਪੁਰਖ ਨੇ ਰਚਿਆ, ਆਪਣੀ ਜੋਤ ਤੇਰੇ ਅੰਦਰ ਪਾਈ, ਤੇ ਤਾਂ ਤੂੰ ਇਸ ਜਗਤ ਦੇ ਵਿੱਚ ਆਇਆ। ਤਾਂ ਭਾਈ ਉਸੇ ਜੋਤ ਪਾਸੋਂ, ਉਸ ਪ੍ਰਭੂ ਪਾਸੋਂ, ਉਹ ਜੋ ਤੇਰੇ ਅੰਦਰ ਹੈ ਉਹਦੇ ਕੋਲੋਂ ਹੀ ਆਨੰਦ ਦਾ ਭਾਲ ਕਰ। ਤੂੰ ਬਾਹਰ ਮਾਇਆ ਦੇ ਵਿੱਚੋਂ, ਭਾਵ ਇਹ ਜੋ ਫਿਜ਼ੀਕਲ ਵਰਲਡ ਹੈ, ਇਹ ਜੋ ਭੌਤਿਕ ਦੁਨੀਆ ਹੈ, ਤੂੰ ਉਹਦੇ ਵਿੱਚੋਂ ਆਨੰਦ ਭਾਲਦਾ ਫਿਰਦਾ। ਆਨੰਦ ਉੱਥੇ ਨਹੀਂ ਹੈ, ਆਨੰਦ ਪ੍ਰਭੂ ਕੋਲ ਹੈ ਭਾਈ। ਤੇ ਪ੍ਰਭੂ ਨੂੰ ਬਾਹਰ ਨਹੀਂ ਭਾਲਣਾ ਅਸੀਂ, ਪ੍ਰਭੂ ਤੇਰੇ ਅੰਦਰ ਹੈ, ਉਹ ਹੋਰ ਕਿਤੇ ਨਹੀਂ ਹੈ, ਤੇਰੇ ਅੰਦਰ ਹੀ ਹੈ। ਪਰ ਤੂੰ ਮੰਨ ਹੀ ਨਹੀਂ ਰਿਹਾ, ਤੂੰ ਬਾਹਰੋਂ ਹੀ ਲੱਭੀ ਜਾ ਰਿਹਾ ਹੈ। ਜਿੱਥੇ ਤੂੰ ਲੱਭ ਰਿਹਾ ਹੈ ਉਹ ਉੱਥੋਂ ਨਹੀਂ ਲੱਭਣਾ, ਉਹ ਤਾਂ ਤਮਾਸ਼ਾ ਹੈ। ਤੂੰ ਸਦਾ ਥਿਰ ਆਨੰਦ ਲੱਭਣਾ ਹੈ ਤਾਂ ਇਸ ਤਮਾਸ਼ੇ ਦੇ ਵਿੱਚੋਂ ਨਿਕਲ, ਉਹਦੇ ਪਿੱਛੇ ਲੱਗਣਾ ਛੱਡ। ਤੈਨੂੰ ਉੱਥੋਂ ਨਹੀਂ ਲੱਭਣਾ। ਜੇ ਤੂੰ ਆਨੰਦ ਲੈਣਾ ਤੇ ਤੈਨੂੰ ਅੰਦਰੋਂ, ਜਿਹੜਾ ਅੰਦਰ ਤੇਰੇ ਜੋਤ ਹੈ, ਜਿਹੜਾ ਪ੍ਰਭੂ ਬੈਠਾ ਹੈ ਤੇਰੇ ਅੰਦਰ, ਉਹਦੇ ਨਾਲ ਜੁੜ। ਇਸ ਗੱਲ ਨੂੰ ਮੰਨ। ਬਾਰ-ਬਾਰ ਸਤਿਗੁਰੂ ਜੀ ਕਹਿ ਰਹੇ ਹਨ, ਜਿਵੇਂ ਪਹਿਲੀਆਂ ਦੋ ਪੰਕਤੀਆਂ ਵਿੱਚ ਕਿਹਾ, ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਫਿਰ ਰਿਪੀਟ ਕਰ ਰਹੇ ਹਨ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਸਾਨੂੰ ਫਿਰ ਵੀ ਨਹੀਂ ਸਮਝ ਲੱਗੀ। ਸਤਿਗੁਰੂ ਫਿਰ ਕਹਿ ਰਹੇ ਹਨ, ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ। ਤੂੰ ਆਇਆ ਹੀ ਤਾਂ ਹੈ ਜਦੋਂ ਉਹ ਪ੍ਰਭੂ ਨੇ ਤੇਰੇ ਅੰਦਰ ਜੋਤ ਰੱਖੀ ਹੈ, ਉਹ ਬੈਠਾ ਆਪ ਅੰਦਰ ਆ ਕੇ ਤੇਰੇ ਜੀਓ ਬਣ ਕੇ, ਉਹ ਜੋਤ ਬਣ ਕੇ ਤੇਰੇ ਅੰਦਰ ਬੈਠਾ ਹੈ। ਉਹ ਆਨੰਦ ਦਾ ਸੋਮਾ ਹੈ, ਤੇਰੇ ਮਾਤਾ ਪਿਤਾ ਵਰਗਾ ਹੈ, ਤੇਰੇ ਇੰਟਰਸਟ ਨੂੰ ਵਾਚ ਕਰਨ ਵਾਲਾ ਹੈ, ਤੇਰੇ ਸੁੱਖ ਦਾ, ਆਨੰਦ ਦਾ, ਹਰ ਤਰ੍ਹਾਂ ਲੋੜ ਪੂਰੀ ਕਰਨ ਵਾਲਾ ਹੈ। ਤੇ ਤੂੰ ਉਹਦੇ ਕੋਲੋਂ ਹੀ ਆਪਣੇ ਆਨੰਦ ਦੀ ਲੋੜ ਦੀ ਵੀ ਪ੍ਰਾਪਤੀ ਕਰ। ਤੇ ਉਸ ਪ੍ਰਭੂ ਦੇ ਨਾਲ ਜੁੜ, ਉਹਦੀ ਸਿਫਤ ਸਲਾਹ ਦੇ ਨਾਲ ਜੁੜ। ਕੇਵਲ ਤੇ ਕੇਵਲ ਇਹੀ ਆਨੰਦ ਦਾ ਸੋਮਾ, ਬਾਹਰ ਨਾ ਭਾਲ। ਇਹ ਜਗਤ ਹੈ, ਇਹ ਤਮਾਸ਼ਾ ਹੈ, ਇਹਦੇ ਵਿੱਚੋਂ ਨਾ ਭਾਲ। ਆਪਣੇ ਅੰਦਰੋਂ ਉਸ ਪ੍ਰਭੂ ਦੇ ਨਾਲ ਜੁੜ ਜਿਹੜਾ ਤੇਰੇ ਅੰਦਰ ਰੱਖਿਆ, ਜਿਹੜੀ ਜੋਤ ਤੇਰੇ ਅੰਦਰ ਰੱਖੀ ਆ, ਉਹਦੇ ਨਾਲ ਜੁੜ। ਉਹਦੇ ਨਾਲ ਜੁੜੇਗਾ ਤੇ ਆਨੰਦ ਦੀ ਪ੍ਰਾਪਤੀ ਹੋਣੀ ਪੱਕੀ ਹੈ, ਅਵਸ਼ ਹੈ।
पर यह भी भुलेखा ना मन च पाल लई कि तू आपे सारा कुछ कर सकता है। उस प्रभु की कृपा प्राप्त करनी पैनी है, क्योंकि ये हर रस करमी पाई है। ते सतगुरु की शरण दे विच पाना पैना पएगा। सतगुरु की शरण दे विच पै के उहदा उपदेश ग्रहण करके जीवन विच धारण करना पएगा, तां ही इहदी प्राप्ति हो सकती है। क्योंकि इस तो बिना तो जगत बाहर भटकदा ही फिर रहा है, भटकदा ही फिर रहा है। सारा जीवन उहदा भटकण विच ही खत्म हो रहा है। प्रभु की कृपा की प्राप्ति कर, उहदी उहदी करम दे, उहदी कृपा दे योग बन, सतगुरु की शरण पै ते इह आनंद की प्राप्ति अपने अंदरों ही कर। इन्नियां विचारां परिवार करनियां। बेअंत भुल्लां हो गई होणगियां जी, खिमा कर देनी आ। वाहिगुरू जी का खालसा, वाहिगुरू जी की फतेह। वाहिगुरू जी की फतेह। आनंद की बाणी गुरु अमरदास महाराज ने सचमुच ही सानू आनंद तक ले जाण दा एक मार्ग दस्सिया। मनुखी शरीर की जदों असीं घाट देखते हैं, करते ने शरीर विच मन आत्मा इन चीज़ों का सुमेल बना दिता। मन असल विच कमांडर हुंदा है, जिहड़ा शरीर दे विच सारी दौड़ भज करता। मन दे जिहड़े तत्त हन, वो 5 तत्त जिहड़े मन्ने जांदे हन: स्पर्श, शब्द, रस, गंध ते रूप। इन्हां दे राहीं मन सारी अपनी खेड खेडदा है। उन्हां विचों एक जो तत्त है, ये कह लीए कि स्पर्श हुंदा छूह दे नाल, किसी दे छूहण दे नाल भी पता लग जाता है। इत्थे अपनी चमड़ी नूं छूह के देखो, अंदरों मन नूं आवाज़ जांदी है। नक सुंघण दे नाल भी पता लगदा है। रूप जिहड़ा है अखां दे नाल देखिया जांदा है, ते जिहड़ा शब्द है कन्नां दे नाल सुनना हुंदा है। रस जिहड़ा है ये ज़बान तो बनता है। तो गुरु पातशाह जी ने जिहड़ी खेड सानू समझाई है इस पौड़ी दे विच, भी महाराज ने सच्चे पातशाह जी ने सानू रचना दिती है, ये रूप दिता है, ये तो 5 तत्त दिते हैं। ये जिहड़े इस जिन्हों असीं कह लीए शब्द, स्पर्श, रस, गंध, इन्हां दे जिहड़े तत्त हैं, इन्हां दे राहीं सारे जीवन की खेड खेडी जाती है। हुण मन बड़ा चंचल है, चला किसे करके गया कि इन्हां सारी खबर शबर लैके इन्हां दे मुताबिक इन्हां नूं दौड़ाई रखदा। रचना का काम सी इस जबान दे नाल वो गल करनी, वो कुछ चखना जिहदे नाल ये अंतर्मुखी हो जाए। और बाहरले स्वाद देखने लई भी रचना मिली। रसां दा चखण वाली परमेश्वर ने दात बख्शी है। संसार दे रस कस देखण दे लई भी। संसार विच खाण पीण दे अनेकां पदार्थ ते रसना खांदी है। खट्टा, मिठा, कौड़ा, सलूणा, चटपटा, ये रसना दसदी है। ਉਹਦਾ स्वाद की है, ये स्वाद रसना दसदी है। दिन रात नवे नवे रस चाखण दी इहनूं तांघ भी लगी रहंदी है। ਆਪਾਂ ਵਿਚਾਰ ਸਰਵੀ ਕੀਤੀ ਵੀ ਰਚਦੀ ਨਹੀਂ। तो भाई साहब भाई गुरदास जी भी ये गल कहंदे ने कि सादी जीभ ना रजियां कर भोग विलासे। स्वाद लै लै जीभ रजदी नहीं, बस बाहरले स्वादां तक ही सीमित हो जाती है। वाहिगुरू जी का परमेश्वर का नाम छड्ड के इस हुच्छे रसां दे पिछे ये साडी रचना जिहड़ी है ये दौड़दी है। असल विच जीव उत्ते मन का कंट्रोल है, जिवें मैं पहला बेनती की है। जिस पासे मन का झुकाव होवे उसे पासे ये रचना नूं लैके तुर पैंदा है। उही पदार्थ खांदा है, उही स्वाद देखदा है। जिस पासे मन का झुकाव उस पासे ने जाना है।
ਤੇ ਗੁਰੂ ਪਾਤਸ਼ਾਹ ਫਿਰ ਕਹਿੰਦੇ ਨੇ ਹਰ ਦਾ ਛੋੜ, ਹਰ ਰਸ ਛੋੜ ਪੋਛੇ ਰਸ ਮਾਤਾ, ਘਰ ਮੈਂ ਵਸਤ ਬਾਹਰ ਉੱਠ ਜਾਤਾ। ਹੁਣ ਇਹ ਗੱਲ ਸਾਰੀ ਇਸ ਆਨੰਦ ਤੱਕ ਪਹੁੰਚਾਉਣ ਵਾਲੀ ਸੀ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁਖਾਂ ਸਾਧ ਨਾ ਪਾਇਆ, ਜੋ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ ਭੁਲਾਇਆ, ਅੰਮ੍ਰਿਤ ਤਜ ਵਿਖ ਸੰਗਰ ਹੈ, ਕਰਤੇ ਆਪ ਖਵਾਇਆ। ਮਨੁੱਖ ਦੀ ਹਾਲਤ ਇਹ ਬਣ ਗਈ। ਮਨੁੱਖ ਫਸਿਆ ਹੋਇਆ ਹੈ ਇਹਨਾਂ ਸਵਾਦਾਂ ਵਿੱਚ, ਇਹਨਾਂ ਪਦਾਰਥਾਂ ਦੇ ਵਿੱਚ। ਜਿਵੇਂ ਜਿਵੇਂ ਫਸਿਆ ਰਹਿੰਦਾ ਹੈ, ਇਹ ਸ਼ਾਇਦ ਬਾਹਰ ਮੁਖੀ ਹੋ ਕੇ ਚੱਲਦਾ ਹੈ। ਕਦੀ ਪਾਣੀ ਨੂੰ ਦੇਖਿਆ, ਪਾਣੀ ਦੇ ਛੱਪੜ ਜਿਹੜੇ ਹੁੰਦੇ ਸਨ ਪਿੰਡਾਂ ਵਿੱਚ, ਕਿਤੇ ਦੇਖਿਆ ਹੋਵੇ ਜਿੱਥੇ ਪਾਣੀ ਪਿੰਡ ਦਾ ਜਾ ਖੜਾ ਹੋ ਜਾਂਦਾ ਸੀ। ਛੱਪੜ ਦੇ ਪਾਣੀ ਦੇ ਉੱਤੇ ਇੱਕ ਹਰੇ ਜਿਹੇ ਰੰਗ ਦਾ ਬੂਰਾ ਜਿਹਾ ਜੰਮ ਜਾਂਦਾ ਸੀ, ਜਿਹਨੂੰ ਕਾਈ ਵੀ ਕਹੀ ਜਾਂਦਾ ਹੈ। ਅਸੀਂ ਉਹਨੂੰ ਕਾਈ ਵੀ ਕਹਿੰਦੇ ਹਾਂ, ਉਹਨੂੰ ਕਾਈ ਵੀ ਲਫ਼ਜ਼ ਉਹਦੇ ਲਈ ਵਰਤਿਆ ਜਾਂਦਾ। ਹਰੇ ਰੰਗ ਦਾ ਬੂਰਾ ਜਿਹਾ ਜੰਮ ਜਾਂਦਾ ਸੀ। ਹੁਣ ਸੂਈ ਛੱਪੜ ਦੇ ਕਿਨਾਰੇ ਤੇ ਵੀ ਖੜੇ ਹੋ ਜਾਓ, ਹਰੇ ਰੰਗ ਦੇ ਜੰਮੇ ਹੋਏ ਬੂਰੇ ਵਿੱਚੋਂ ਸਾਨੂੰ ਕਦੀ ਵੀ ਆਪਣੀ ਸ਼ਕਲ ਨਜ਼ਰ ਨਹੀਂ ਸੀ ਆਉਂਦੀ, ਪਾਣੀ 'ਚ ਆਪਣਾ ਅਕਸ਼ ਪਰਛਾਵਾਂ ਨਜ਼ਰ ਨਹੀਂ ਸੀ ਆਉਂਦਾ। ਕਿਉਂ? ਖੜਾ ਤਾਂ ਕੰਢੇ ਤੇ ਹੈ, ਲੇਕਿਨ ਆਪਣਾ ਅਕਸ਼ ਪਾਣੀ ਵਿੱਚ ਨਹੀਂ ਦੇਖ ਸਕਦਾ, ਪਰਛਾਵਾਂ ਨਹੀਂ ਦੇਖ ਸਕਦਾ। ਬਸ ਬਿਲਕੁਲ ਇਹ ਜਿਹੜਾ ਤਲ ਹੈ ਸਾਡਾ, ਜਿਸ ਤਲ ਤੇ ਅਸੀਂ ਖੜੇ ਆ, ਉਹ ਮਨ ਦੀ ਸੋਚ ਹੈ। ਤੇ ਬੂਰ ਇਹਦੇ ਉੱਤੇ ਜੰਮ ਗਿਆ ਹੈ ਸਾਡੇ ਕਰਮਾਂ ਦਾ, ਜਿਹੜੇ ਅਸੀਂ ਮਾੜੇ ਕਰਮ ਕਰਦੇ ਹਾਂ। ਤੇ ਅੰਦਰਲੇ ਸੰਕਲਪ ਜਿਹੜੇ ਹਨ, ਉਹ ਸਾਡੀ ਤੇਜ਼ ਹਵਾ ਦੇ ਬੁੱਲਿਆਂ ਦਾ ਕੰਮ ਕਰਦੇ ਨੇ। ਇਹੀ ਕਾਰਨ ਹੈ ਕਿ ਅੰਦਰ ਆਨੰਦ ਤੱਕ ਅਸੀਂ ਪਹੁੰਚ ਨਹੀਂ ਸਕਦੇ। ਉਸ ਜੰਮੇ ਹੋਏ ਬੂਰ ਵਿੱਚੋਂ, ਹਰੇ ਰੰਗ ਦੀ ਕਾਈ ਵਿੱਚੋਂ, ਜਾਲੇ ਵਿੱਚੋਂ ਅਸੀਂ ਆਪਣੇ ਆਪ ਨੂੰ ਵੇਖ ਨਹੀਂ ਸਕਦੇ। ਤੇ ਉਹ ਹਰੇ ਰੰਗ ਦਾ ਜਾਲਾ ਹੀ ਹੈ ਜਿਹੜੀ ਰਸਨਾ ਨੂੰ ਨਾਮ ਅੰਮ੍ਰਿਤ ਤੋਂ ਤੋੜ ਕੇ, ਪਰਮੇਸ਼ਰ ਦੇ ਨਾਲੋਂ ਤੋੜ ਕੇ, ਉਹ ਸਾਨੂੰ ਦੂਜੇ ਪਾਸੇ ਲਾਈ ਰੱਖਦਾ ਹੈ। ਉਹ ਨਾਮ ਅੰਮ੍ਰਿਤ ਦੇ ਨਾਲੋਂ ਤੋੜ ਕੇ ਦੂਜੇ ਪਾਸੇ ਲਾਈ ਰੱਖਦਾ ਹੈ। ਉਹ ਹਰੇ ਰੰਗ ਦਾ ਜਾਲਾ ਹੀ ਹੈ ਜਿਹੜਾ ਸਾਡੇ ਉੱਤੇ ਜੰਮਿਆ ਹੋਇਆ। ਫਿਰ ਇਹ ਰਸਨਾ ਕਰਦੀ ਕੀ ਹੈ? ਗੰਦੇ ਗੀਤ ਗਾਉਂਦੀ ਹੈ, ਹਰ ਵੇਲੇ ਜ਼ਬਾਨ ਜਿਹੜੀ ਹੈ ਉਹ ਗੰਦ ਬੋਲਦੀ ਹੈ, ਗੰਦ ਕਰਦੀ ਹੈ, ਫਿਰ ਮਾੜਾ ਬੋਲਦੀ ਹੈ। ਹੁਣ ਬਨੰਦ ਕਿੱਥੇ ਹੈ? ਜਿੱਥੇ ਮਾੜਾ ਬੋਲ ਹੈ ਉੱਥੇ ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨੇ ਹੈ। ਹੁਣ ਰਸਨਾ ਮਾੜਾ ਬੋਲ ਬੋਲੇਗੀ ਤਾਂ ਅਨੰਤ ਤੱਕ ਕਿਵੇਂ ਪਹੁੰਚੇਗੀ? ਕਿਉਂਕਿ ਰਸਨਾ ਨੂੰ ਤਾਂ ਕੰਮ ਹੀ ਸਾਰਾ ਸੀ ਮਿੱਠੀ ਗੱਲ ਕਰਨ ਦਾ। ਇਹੋ ਹੀ ਕਾਰਨ ਹੈ ਕਿ ਘਰਾਂ ਦੇ ਵਿੱਚ, ਸਮਾਜ ਵਿੱਚ, ਦੇਸ਼ਾਂ ਵਿੱਚ ਲੜਾਈਆਂ ਜਿਹੜੀਆਂ ਹਨ, ਝਗੜੇ ਜਿਹੜੇ ਹਨ, ਉਹ ਇਸ ਰਸਨਾ ਦੀ ਜ਼ਬਾਨ ਤੋਂ ਬੋਲੇ ਹੋਏ ਸ਼ਬਦਾਂ ਨਾਲ ਹੋ ਜਾਂਦੇ ਨੇ। ਘਰ ਉਜੜ ਜਾਂਦੇ ਨੇ, ਘਰ ਟੁੱਟ ਜਾਂਦੇ ਨੇ, ਰਿਸ਼ਤੇ ਟੁੱਟ ਜਾਂਦੇ ਹਨ ਜਦੋਂ ਇਹ ਰਸਨਾ ਇਸ ਤਰ੍ਹਾਂ ਬੋਲਦੀ ਹੈ। ਗੁਰੂ ਸਾਹਿਬ ਜੀ ਨੇ ਸਾਨੂੰ ਇਸ ਰਸਨਾ ਨੂੰ ਸੁੰਦਰ ਬਣਾਉਣ ਦੀ ਜੁਗਤੀ ਦੱਸੀ ਹੈ, ਤਦ ਕਿ ਇਹ ਅਨੰਤ ਤੱਕ ਪਹੁੰਚ ਜਾਏ। ਰਸਨਾ ਦਿੱਤੀ ਮਾਲਕ ਨੇ। ਸਤਿਗੁਰੂ ਕਹਿੰਦੇ ਨੇ ਰਸਨਾ ਪਵਿੱਤਰ ਕਦੋਂ ਹੋਏਗੀ? ਰਸਨਾ ਭਾਈ ਗੁਰਦਾਸ ਜੀ ਕਹਿੰਦੇ ਰਸਨਾ ਅਮੋਲ ਗੁਰ ਮੰਤਰ ਸਿਮਰਨ ਕੈ। ਰਸਨਾ ਉਦੋਂ ਅਮੋਲਕ ਹੁੰਦੀ ਹੈ ਜਦੋਂ ਗੁਰੂ ਦਾ ਸਿਮਰਨ ਦੇ ਵਿੱਚ ਜੁੜਦੀ ਹੈ, ਉਹਦੀ ਯਾਦ ਵਿੱਚ ਜੁੜਦੀ ਹੈ। ਭਾਈ ਸਾਹਿਬ ਦਾ ਕਵਿਤ ਹੈ, ਰਸਨਾ ਅਮੋਲ ਗੁਰ ਮੰਤਰ ਸਿਮਰਨ ਕੈ। ਵੀ ਰਸਨਾ ਅਮੋਲ ਹੁੰਦੀ ਹੈ ਜਦੋਂ ਗੁਰੂ ਦੇ ਸਿਮਰਨ ਨੂੰ ਕਰਦੀ ਹੈ। ਇਸ ਰਸਨਾ ਤੇ ਉਹ ਗੱਲ ਗੁਰੂ ਦੀ ਯਾਦ ਆਉਂਦੀ ਹੈ। ਤੇ ਅਸੀਂ ਗੁਰਬਾਣੀ ਜੀ ਵੀ ਪੜ੍ਹਦੇ ਹਾਂ, ਸਾਰ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਗੁਣ ਗਾਵੇ ਹਰ ਪ੍ਰਭ ਕੀਰੇ ਰਾਮ। ਇੱਕ ਪਾਸੇ ਰਸਨਾ ਤੋਂ ਰਸ ਰਾਤ ਰਹੀ ਤੇਰੀ ਪਿਆਸ ਨਾ ਜਾਏ, ਦੂਜੇ ਪਾਸੇ ਗੁਰੂ ਸਾਹਿਬ ਕਹਿੰਦੇ ਸਾਰ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ। ਦੇਖੋ ਕਿੱਡਾ ਸੋਹਣਾ ਆਨੰਦ ਤੱਕ ਪਹੁੰਚਣ ਦੀ ਗੱਲ ਗੁਰੂ ਸਾਹਿਬ ਨੇ ਸਾਨੂੰ ਸਮਝਾਈ ਹੈ। ਭਲਿਆ ਇਹ ਜਿਹੜੀ ਰਸਨਾ ਤੂੰ ਰਸ ਰਹੀ, ਜਿਹੜਾ ਤੂੰ ਸਵਾਦ ਦੇਖ ਰਹੇ ਹੈ, ਰਸਨਾ ਇਹਨਾਂ ਨਾਲ ਪਿਆਸ ਨਹੀਂ ਜਾਣੀ। ਉਹ ਹੈ ਇਹ ਕਿਹੜੀ ਰਸਨਾ ਦਾ ਪਿਆਸ ਮਿਟੇਗੀ? ਗੁਣ ਗਾਵੇ ਪ੍ਰਭ ਹਰ ਪ੍ਰਭ ਕੀਰੇ ਰਾਮ। ਉਹਨਾਂ ਨਾਲ ਤੇਰੀ ਪਿਆਸ ਮੁੱਕਣੀ ਹੈ। ਤੇ ਇਸੇ ਕਰਕੇ ਸਾਨੂੰ ਗੁਰੂ ਪਾਤਸ਼ਾਹ ਨੇ ਬਾਰ-ਬਾਰ ਗੱਲ ਕੀਤੀ ਆ, ਬਿਨ
ਵਿਖੇ ਬਨ ਫੀਕਾ ਤਿਆਗ ਰੀ ਸਖੀਏ ਨਾਮ ਮਹਾਰਸ ਪੀਓ। ਬਿਨ ਰਸ ਚਾਖੇ ਬੁੱਢ ਗਈ ਸਗਲੀ ਸੁਖੀ ਨਾ ਹੋਵਤ ਜੀਓ। ਉਸ ਸਵਾਦ ਤੋਂ ਬਿਨਾ ਉਸ ਦੇ ਬਿਨਾ ਗੱਲ ਬਣਨੀ ਨਹੀਂ। ਤਾਂ ਗੁਰੂ ਸਾਹਿਬ ਕੇ ਫਿਰ ਸਾਨੂੰ ਕਹਿੰਦੇ ਨੇ ਅੰਮ੍ਰਿਤ ਰਸਨਾ ਪੀਓ ਪਿਆਰੀ, ਵੀ ਤੂੰ ਆਤਮਿਕ ਜੀਵਨ ਦੇ ਲੋ ਨਾਮ ਜਲ ਪੀ। ਇਹ ਰਸ ਰਾਤੀ ਹੋਏ ਤ੍ਰਿਪਤਾਰੀ। ਤ੍ਰਿਪਤ ਹੋ ਜਾਣਾ ਹੀ ਆਨੰਦ ਹੈ, ਪਰ ਉਹ ਰਸ ਬਾਹਰਲੇ ਰਸ ਨਾਲ ਨਹੀਂ ਹੋਣੀ, ਉਹ ਅੰਦਰਲੇ ਰਸ ਨਾਲ ਹੋਣੀ ਹੈ, ਉਹ ਨਾਮ ਰਸ ਦਾ ਹੋਣੀ ਹੈ। ਉਹ ਰਸ ਅੰਦਰੋਂ ਆਣਾ, ਉਹ ਰਸ ਬਾਹਰ ਦਾ ਹੈ ਨਹੀਂ। ਅਸੀਂ ਸ਼ਾਇਦ ਸੰਸਾਰ ਦੇ ਰਸਾਂ ਕਸਾਂ ਵਿੱਚ ਐਡਾ ਕੁ ਫਸ ਜਾਂਦੇ ਹਾਂ, ਜਿਸ ਕਰਕੇ ਸਾਨੂੰ ਉਸ ਆਨੰਦ ਦੀ ਖੇਡ ਦੀ ਸਮਝ ਹੀ ਨਹੀਂ ਆਉਂਦੀ। ਤਾਂ ਗੁਰੂ ਸਾਹਿਬ ਜੀ ਸਾਨੂੰ ਇਹ ਗੱਲ ਸਮਝਾਉਂਦੇ ਨੇ, ਇਹ ਜੀਵੇ ਤੂੰ ਰਾਮ ਗੁਣ ਗਾਓ। ਇਹ ਮੇਰੀ ਜਵਾਨੇ ਰਾਮ ਦੇ ਗੁਣ ਗਾ, ਰਸਨਾ ਰਾਮ ਦੇ ਗੁਣ ਗਾ। ਨਿਮਖ ਨਿਮਖ ਹਰ 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 ਧਿਆਓ, ਹਰ ਪਲ ਨੂੰ ਧਿਆ। ਇਹ ਪਿਆਸ ਤਾਂ ਮਿਟਣੀ ਹੈ, ਤੇ ਪਿਆਸ ਤਾਂ ਖਤਮ ਹੋਣੀ ਹੈ। ਇਹ ਪਿਆਸ ਉਹ ਖਤਮ ਨਹੀਂ ਹੋਣੀ। ਅੰਨ ਰਸ ਰਾਚ ਲਈ ਤੇਰੀ ਪਿਆਸ ਨਾ ਜਾਏ। ਨਾਲ ਹੀ ਸਤਿਗੁਰੂ ਨੇ ਗੱਲ ਫਿਰ ਸਪਸ਼ਟ ਕੀਤੀ ਵੀ ਹੋਰ ਜਿੱਥੇ ਮਰਜੀ ਸਵਾਦ ਦੇਖ ਲੈ, ਚੱਖ ਲੈ, ਕੌੜੇ ਸਲੂਣੇ ਮਿੱਠੇ ਦੁਨੀਆ ਦੇ 36 ਪ੍ਰਕਾਰ ਦੇ ਭੋਜਨ ਖਾ ਲੈ, ਇਹ ਤੇਰੀ ਇਹ ਅੰਦਰ ਦੀ ਪਿਆਸ ਨਹੀਂ ਮਿਟਾ ਸਕਦੇ, ਆਨੰਦ ਤੱਕ ਨਹੀਂ ਪਹੁੰਚਾ ਸਕਦੇ। ਹਾਂ, ਸਵਾਦ ਆ ਸਕਦਾ ਹੈ, ਸਵਾਦ ਲੈ ਸਕਦੀ ਹੈ। ਜੀਵਨ ਸਵਾਦ ਲਈ ਨਹੀਂ ਹੈ, ਜੀਵਨ ਆਨੰਦ ਲਈ ਹੈ। ਸਵਾਦ ਤੇ ਆਨੰਦ ਵਿੱਚ ਫਰਕ ਹੈ। ਸਵਾਦ ਬਾਹਰਮੁਖੀ ਹੈ, ਆਨੰਦ ਅੰਤਰਮੁਖੀ ਹੈ, ਉਹ ਅੰਦਰ ਝਾਤ ਮਾਰ ਕੇ ਮਿਲਦਾ ਹੈ। ਗੁਰੂ ਸਾਹਿਬ ਜੀ ਨੇ ਕਮਾਲ ਦੀਆਂ ਸਾਨੂੰ ਸਿੱਧਾਂ ਬਖਸ਼ੀਆਂ ਹਨ। ਆਨੰਦ ਤੱਕ ਪਹੁੰਚਣ ਦਾ ਜਿਹੜਾ ਮਾਰਗ ਹੈ, ਉਹ ਗੁਰੂ ਸਾਹਿਬ ਜੀ ਨੇ ਦਿਖਾਇਆ। ਤੇ ਗੁਰੂ ਨੇ ਤਾਂ ਜੋਤ ਹੀ ਸਾਡੇ ਚ ਤਾਂ ਰੱਖੀ ਸੀ ਬਈ ਉਹ ਹਰੀ ਨੂੰ ਮਿਲ ਲੈਂਦਾ, ਹਰੀ ਨੂੰ ਮਿਲਣ ਲਈ ਰੱਖੀ ਹੈ। ਇਹ ਜਿੰਨੀ ਦੇਰ ਤੱਕ ਉਹਨੇ ਜੋਤ ਨਹੀਂ ਰੱਖੀ, ਉਦੋਂ ਤੱਕ ਸਾਡੀ ਉਤਪਤੀ ਨਹੀਂ ਹੋਈ। ਅਨੇਕਾਂ ਹੀ ਹਨ ਕੀਤੇ ਗਰਭ ਗਲੇ, ਜਿਹੜੇ ਗਰਭ ਦੇ ਵਿੱਚ ਗਲ ਜਾਂਦੇ ਨੇ, ਜਨਮ ਤੋਂ ਪਹਿਲੇ ਮੌਤ ਹੋ ਜਾਂਦੀ ਹੈ, ਕਿਉਂਕਿ ਮਾਲਕ ਨੇ ਉਹਦੇ ਚ ਆਪਣੀ ਜੋਤ ਨਹੀਂ ਰੱਖੀ। ਜਦ ਤੱਕ ਜੋਤ ਨਹੀਂ ਰੱਖੀ, ਅੱਗੇ ਵਿਕਾਸ ਨਹੀਂ ਹੈ, ਜਨਮ ਵੀ ਨਹੀਂ ਹੈ। ਇਹ ਤਾਂ ਮਾਲਕ ਜੋਤ ਰੱਖੀ, ਕਿੱਡੀ ਕਿਰਪਾ ਉਹਨੇ ਕੀਤੀ ਹੈ ਮਾਲਕ ਨੇ। ਸੱਚੇ ਪਾਤਸ਼ਾਹ ਨੇ ਸ੍ਰਿਸ਼ਟ ਬਣਾਈ ਇਸੇ ਤਰ੍ਹਾਂ, ਦਾ ਮੂਲ ਇਸ ਤਰ੍ਹਾਂ ਬਣਾ ਦਿੱਤਾ ਵੀ ਉਹਦੇ ਚ ਆਪਣੀ ਜੋਤ ਰੱਖ ਕੇ ਚਲਾਉਂਦਾ ਹੈ। ਤੇ ਜੇ ਉਹਦੀ ਜੋਤ ਹੈ, ਫਿਰ ਹੀ ਸਤਿਗੁਰੂ ਕਹਿੰਦੇ ਨੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਕਿਉਂਕਿ ਜੋਤ ਤਾਂ ਉਹਨੇ ਰੱਖੀ ਹੈ, ਪਰ ਮੂਲ ਨਹੀਂ ਪਛਾਣਦਾ, ਬੰਦਾ ਆਪਣੇ ਮੂਲ ਤੋਂ ਭੁੱਲ ਜਾਂਦਾ। ਉਹ ਹੈ ਅੰਨ ਰਸ ਰਾਤ ਰਹੀ ਤੇਰੀ ਪਿਆਸ ਨਾ ਜਾਏ। ਮੂਲ ਕਦੋਂ ਭੁੱਲਦਾ ਹੈ? ਜਦੋਂ ਇਹ ਰਸਨਾ ਅੰਨ ਰਸ ਰਾਤ ਰਹੀ ਤੇਰੀ ਪਿਆਸ ਨਾ ਜਾਏ। ਗੁਰੂ ਕਿਰਪਾ ਕਰੇ, ਸਤਿਗੁਰੂ ਸਾਨੂੰ ਅਸਲ ਵਿੱਚ ਜੀਵਨ ਦਾ ਮਾਰਗ ਬਖਸ਼ਿਸ਼ ਕਰਨ। ਇਹ ਰਸਨਾ ਨੂੰ ਉਸ ਤ੍ਰਿਪਤ ਕਰਨ ਦੇ ਲਈ ਨਾਮ ਰਸ ਦਾ ਸਵਾਦ ਆਵੇ। ਇਹ ਰਸਨਾ ਅੰਦਰ ਦੇ ਸਵਾਦ ਨੂੰ ਮਾਣੇ, ਬਾਹਰ ਦੇ ਸਵਾਦਾਂ ਨੂੰ ਵਿਚਰਦੀ ਹੋਈ, ਤਿਆਗ ਕੇ ਨਹੀਂ, ਪਰ ਅੰਦਰ ਦਾ ਸਵਾਦ ਜਿਹੜਾ ਰਸ ਹੈ, ਉਹ ਨਾਮ ਦਾ ਰਸ ਹੈ, ਜਿਹੜਾ ਅੰਦਰੋਂ ਆਏਗਾ। ਜਦੋਂ ਅੰਦਰ ਦਾ ਸਵਾਦ ਆਏਗਾ, ਫਿਰ ਲੋਕ ਪਰਲੋਕ ਸੁਹੇਲਾ ਹੋ ਜਾਏ। ਗੁਰੂ ਜੀ ਕਿਰਪਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।